हाँ जी, पास्टर जी मैं पढ़ दें 131 जी जी मेरी बहन 953 पेज ਭਰੋਸੇ ਲਈ ਪ੍ਰਾਰਥਨਾ। हे ਪ੍ਰਭੂ ਮੇਰਾ ਮਨ ਹੰਕਾਰੀ ਨਹੀਂ, ਨਾ ਹੀ ਮੇਰੀਆਂ ਅੱਖਾਂ ਵਿੱਚ ਘਮੰਡ ਹੈ। ਮੈਂ ਆਪਣੇ ਆਪ ਨੂੰ ਉਹਨਾਂ ਗੱਲਾਂ ਵਿੱਚ ਨਹੀਂ ਲਾਉਂਦਾ ਜੋ ਮੇਰੇ ਲਈ ਬਹੁਤ ਵੱਡੀਆਂ ਜਾਂ ਅਚਰਜ ਹਨ। ਮੈਂ ਉਸ ਤਰ੍ਹਾਂ ਸ਼ਾਂਤ ਅਤੇ ਚੁੱਪ ਹਾਂ ਜਿਸ ਤਰ੍ਹਾਂ ਦੁੱਧ ਚੜਾਇਆ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਹੁੰਦਾ ਹੈ। ਮੇਰਾ ਮਨ ਮੇਰੇ ਅੰਦਰ ਠੀਕ ਉਸੇ ਵਰਗਾ ਹੈ ਕਿ ਇਜ਼ਰਾਈਲ ਪ੍ਰਭੂ ਤੇ ਹਮੇਸ਼ਾ ਭਰੋਸਾ ਰੱਖ। ਆਮੀਨ। 138 ਵੀ ਤੁਸੀਂ ਪੜ੍ਹ ਦਿਓ। ਓਕੇ ਜੀ, ਹੁਣੇ ਪੜ੍ਹ ਦੋ। 958 ਪੇਜ ਧੰਨਵਾਦੀ ਪ੍ਰਾਰਥਨਾ। हे ਪ੍ਰਭੂ ਮੈਂ ਆਪਣੇ ਪੂਰੇ ਮਨ ਨਾਲ ਤੇਰੀ ਮਹਿਮਾ ਕਰਦਾ ਹਾਂ। ਸਭ ਦੇਵਤਿਆਂ ਦੇ ਸਾਹਮਣੇ ਮੈਂ ਤੇਰੇ ਗੀਤ ਗਾਉਂਦਾ ਹਾਂ। ਮੈਂ ਆਪਣਾ ਸਿਰ ਉਪਾਸਨਾ ਦੇ ਲਈ ਤੇਰੇ ਮੰਦਰ ਵਿੱਚ ਲਿਆਉਂਦਾ ਹਾਂ। ਮੈਂ ਤੇਰੀ ਦਇਆ ਅਤੇ ਸਚਾਈ ਲਈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਸਭ ਤੋਂ ਉੱਤੇ ਆਪਣੇ ਨਾਂ ਅਤੇ ਬਚਨ ਨੂੰ ਉੱਚਾ ਕੀਤਾ ਹੈ। ਮੇਰੇ ਪੁਕਾਰਨ ਤੇ ਤੂੰ ਮੈਨੂੰ ਉੱਤਰ ਦਿੱਤਾ ਅਤੇ ਮੇਰੇ ਬਲ ਨੂੰ ਤੂੰ ਵਧਾਇਆ ਵੀ। ਧਰਤੀ ਤੇ ਸਭ ਰਾਜਾ ਤੇਰੀ ਮਹਿਮਾ ਕਰਨਗੇ ਕਿਉਂਕਿ ਉਹਨਾਂ ਤੇਰੇ ਬਚਨਾਂ ਨੂੰ ਸੁਣਿਆ ਹੈ। ਉਹ ਪ੍ਰਭੂ ਦੇ ਕੰਮਾਂ ਦੇ ਗੀਤ ਗਾਉਣਗੇ ਕਿਉਂਕਿ ਤੇਰੀ ਮਹਿਮਾ ਮਹਾਨ ਹੈ। ਬੇਸ਼ੱਕ ਪ੍ਰਭੂ ਮਹਾਨ ਹੈ, ਫਿਰ ਵੀ ਉਹ ਨਿਤਾਣਿਆਂ ਦਾ ਖਿਆਲ ਰੱਖਦਾ ਹੈ, ਪਰ ਉਹ ਜ਼ਿੱਦੀਆਂ ਨੂੰ ਪਛਾਣਦਾ ਤੱਕ ਨਹੀਂ। ਬੇਸ਼ੱਕ ਮੇਰੇ ਤੇ ਬੇਅੰਤ ਦੁੱਖ ਵੀ ਕਿਉਂ ਨਾ ਆ ਜਾਣ, ਪਰ ਤੂੰ ਮੇਰੇ ਪ੍ਰਾਣਾਂ ਦੀ ਵੀ ਰੱਖਿਆ ਕਰਦਾ ਹੈ। ਤੂੰ ਮੇਰੇ ਵਿਰੋਧੀਆਂ ਦੇ ਵਿਰੁੱਧ ਆਪਣਾ ਹੱਥ ਚੁੱਕਦਾ ਹੈ ਅਤੇ ਤੇਰਾ ਸੱਜਾ ਹੱਥ ਮੇਰਾ ਬਚਾਅ ਕਰਦਾ ਹੈ। हे ਪ੍ਰਭੂ ਤੂੰ ਮੇਰੇ ਲਈ ਆਪਣੇ ਉਦੇਸ਼ਾਂ ਨੂੰ ਪੂਰੀਆਂ ਕਰੇਗਾ। ਤੇਰੀ ਦਇਆ ਸਦੀਪਕ ਹੈ। ਤੂੰ ਆਪਣੇ ਹੱਥਾਂ ਦੇ ਕੰਮ ਨੂੰ ਅੱਧ ਵਿੱਚ ਨਾ ਛੱਡ। ਆਮੀਨ। ਬੜੇ ਪਿਆਰੇ ਜ਼ਬੂਰ ਹੈ ਦੋ। ਦਾਊਦ ਦੀ ਜਿਹੜੀ ਆਪਣੀ ਹਾਲਤ ਆ ਅਸੀਂ ਉਹ ਵੀ ਦੇਖਦੇ ਪਏ। ਘਰ ਨੂੰ ਵਾਪਸ ਆ ਰਿਹਾ ਲੇਕਿਨ ਉਸਦਾ ਪੁੱਤਰ ਮਾਰਿਆ ਗਿਆ ਔਰ ਉਹ ਇੱਕ ਐਸੀ ਉਸਦੀ ਮਾਨਸਿਕ ਹਾਲਤ ਇੱਕ ਐਸੀ ਚੀਜ਼ ਦੇ ਜਗ੍ਹਾ ਦੇ ਵਿੱਚ ਆ ਕਿ ਉਹ ਉਸ ਚੀਜ਼ ਦੀ ਖੁਸ਼ੀ ਨਹੀਂ, ਇਸ ਜਿੱਤ ਦੀ ਖੁਸ਼ੀ ਨਹੀਂ ਮਨਾ ਸਕਦਾ ਕਿਉਂਕਿ ਦੋ ਚੀਜ਼ਾਂ, ਇੱਕ ਤਾਂ ਉਸਦੇ ਆਪਣੇ ਪਾਪ ਦੇ ਕਾਰਨ ਇਹ ਸਭ ਕੁਝ ਹੋ ਰਿਹਾ। ਨੰਬਰ 2 ਦੇ ਉੱਤੇ ਇਹ ਜੋ ਕੁਝ ਹੋ ਰਿਹਾ, ਇਹ ਜੋ ਵੀ ਜਿੰਨੇ ਵੀ ਸਿਪਾਹੀ ਮਰੇ ਆ, ਚਾਹੇ ਉਹ ਇਸ ਪਾਸੇ ਦੇ ਮਰੇ ਤੇ ਚਾਹੇ ਉਸ ਪਾਸੇ ਦੇ ਮਰੇ, ਚਾਹੇ ਅਬਸ਼ਲੋਮ ਦੇ ਨਾਲ ਮਰੇ ਤੇ ਚਾਹੇ ਦੂਜੇ। ਅਬਸ਼ਲੋਮ ਦੇ ਨਾਲ ਸ਼ੋਕਰਬਾਦਾ ਬਹੁਤ ਇਕੱਠਾ ਹੋਇਆ ਸੀ, ਸੋ ਬਹੁਤ ਜਵਾਨੀ ਦਾ ਘਾਣ ਹੋਇਆ। ਦਾਊਦ ਦੇ ਕੋਲ ਹੰਡਿਓ ਸਿਪਾਹੀ ਸੀਗੇ, ਇਹਦੇ ਸਾਰੇ ਜਿਹੜੇ ਸਿਪਾਹੀ ਸੀ ਉਹ ਹੰਡਿਓ ਸਿਪਾਹੀ ਸੀ ਔਰ 18 ਤੋਂ ਲੈ ਕੇ 26,000 ਤੱਕ ਬੰਦੇ ਦਾ ਘਾਣ ਹੋਇਆ ਸੀ ਇਸ ਯੁੱਧ ਦੇ ਵਿੱਚ ਔਰ ਕੁਛ ਹੀ ਘੰਟਿਆਂ 'ਚ ਖਤਮ ਹੋ ਗਿਆ ਸੀ ਕਿਉਂਕਿ ਜਿਹੜੀ ਸੈਨਾ ਉਹਦੀ ਲੁੱਕ ਕੇ ਬੈਠੀ ਹੋਈ ਸੀ ਜੰਗਲ ਦੇ ਵਿੱਚ, ਪ੍ਰਭੂ ਨੇ ਜੰਗਲ ਨੂੰ ਅੱਗ ਲਾ ਦਿੱਤੀ, ਉਹਦੇ ਵਿੱਚੋਂ ਬਹੁਤੇ ਸੜ ਕੇ ਮਰ ਗਏ ਔਰ ਉਸ ਤੋਂ ਬਾਅਦ ਜਿਹੜੇ ਬਾਹਰ ਨਿਕਲੇ ਤਾਂ ਬਾਹਰ ਜਵਾਬ ਦੀ ਸੈਨਾ, ਅਬਸ਼ਾਈ ਦੀ ਸੈਨਾ ਜਿਹੜੀ ਸੀ ਉਹ ਵੇਟ ਕਰਦੀ ਵੀ ਸੀ, ਉਹਨਾਂ ਦਾ ਇੰਤਜ਼ਾਰ ਕਰਦੀ ਪਈ ਸੀ। ਸੋ ਉਹ ਬੇਸਿਕਲੀ ਤੁਸੀਂ ਇਹ ਕਹਿ ਲਓ ਕਿ ਬਾਹਰ ਜਿਹੜੇ ਸੀਗੇ ਸਿਪਾਹੀ ਇਹਨਾਂ ਦੇ ਸੀਗੇ ਜਿਹੜੇ ਉਹ ਦੇ ਵਰ ਡਗ ਆਊਟ, ਉਹ ਜਿੱਦਾਂ ਬਾਹਰ ਆਈ ਜਾਂਦੇ ਸੀ ਉਦਾਂ ਉਹਨਾਂ ਨੂੰ ਤੀਰਾਂ ਦੇ ਨਾਲ ਭੁੰਨੀ ਜਾਂਦੇ ਸੀ। ਸੋ ਇੰਨੀਆਂ ਲੋਥਾਂ, ਇੰਨਾ ਮਾਂ-ਬਾਪ ਰੋਂਦਾ ਪਿਆ ਪਰ ਦਾਊਦ ਨੂੰ ਪਤਾ ਉਸਨੂੰ ਕਹਿ ਰਿਹਾ ਹੈਗਾ ਕਿ ਤੂੰ ਇਹ ਕੀ ਕਰਦਾ ਪਿਆ, ਤੂੰ ਇਸ ਜਿੱਤ ਨੂੰ ਮਨਾ, ਆਪਣੇ ਸਿਪਾਹੀਆਂ ਨੂੰ ਹੌਸਲਾ ਦੇ। ਬੇਸਿਕਲੀ ਉਸਨੂੰ ਝਾੜਦਾ ਪਿਆ ਔਰ ਦਾਊਦ ਨੂੰ ਉੱਠ ਕੇ ਉਹ ਕਰਨਾ ਪੈ ਰਿਹਾ ਔਰ ਇਸ ਕਰਕੇ ਉਹ ਜਿਹੜਾ ਅਸੀਂ 131 ਜ਼ਬੂਰ ਦੇਖਦੇ ਹਾਂ, ਬਹੁਤ ਛੋਟਾ ਜ਼ਬੂਰ ਆ ਜਿਹੜਾ ਇਸ ਹਾਲਤ ਦੇ ਵਿੱਚ ਉਸਨੇ ਪ੍ਰਭੂ ਦੇ ਅੱਗੇ ਦੁਆ ਕੀਤੀ ਹੈ।
ਇਹ ਉਸਦੀ ਪ੍ਰੇਅਰ। ਇਸ ਤੋਂ ਪਹਿਲਾਂ ਉੱਠ ਕੇ ਉਹ ਗਿਆ ਆ, ਇਹ ਉਸਦੀ ਪ੍ਰੇਅਰ। ਤੇ हे ਪ੍ਰਭੂ, ਮੇਰਾ ਮਨ ਹੰਕਾਰੀ ਨਹੀਂ, ਨਾ ਹੀ ਮੇਰੀਆਂ ਅੱਖਾਂ ਵਿੱਚ ਘਮੰਡ ਹੈ। ਮੈਂ ਆਪਣੇ ਆਪ ਨੂੰ ਉਹਨਾਂ ਗੱਲਾਂ ਵਿੱਚ ਨਹੀਂ ਲਾਉਂਦਾ ਜੋ ਮੇਰੇ ਲਈ ਬਹੁਤ ਵੱਡੀਆਂ ਤੇ ਅਚਰਜ ਹਨ। ਔਰ ਮੈਂ ਉਸ ਤਰ੍ਹਾਂ ਸ਼ਾਂਤ ਤੇ ਚੁੱਪ ਹਾਂ ਜਿਸ ਤਰ੍ਹਾਂ ਦੁੱਧ ਛੁਡਾਇਆ ਬੱਚਾ ਆਪਣੀ ਮਾਂ ਦੀ ਗੋਦ ਦੇ ਵਿੱਚ ਹੁੰਦਾ ਹੈ। ਮੇਰਾ ਮਨ ਮੇਰੇ ਅੰਦਰ ਠੀਕ ਉਸੇ ਵਰਗਾ ਹੈ। हे इस्राएल, प्रभु ते भरोसा रख। और इस दुआ ने उसनू हौसला दिता, क्योंकि दाऊद ने अपने मन की हालत प्रभु के अगे पेश की। उसने दस्या कि मैं कोई अहंकार दे विच जां गुस्से दे विच प्रभु नहीं बैठा तेरे नाल, और ना ही मेरियां अखां दे विच किसी किस्म का घमंड। मेरी हालत उस दुध छड़ाए बच्चे दे वांग जो मां दी गोद दे विच तां पिया आ, पर उसनू पता कि दुध मिलना नहीं। मेरे नालों मावां इस चीज नू ज्यादा समझदियां कि उस वेले बच्चे का की हाल हुंदा है, कि वो ईवन दो दुध दूसरा पी रहा हुंदा पर उसका ध्यान अपनी मां वाल हुंदा। और यह दाऊद प्रभु नू कह रहा, मेरी मन की अवस्था उस तरह कि ना तो मैं जित की खुशी मना सकदा, ना मैं इस जित नू रो सकदा, ना अपना मैं दुख प्रगट कर सकदा किसी दे अगे। और मेरे दुख नू कुछ समझदा नहीं पिया। मेरा दुख सिर्फ मेरे पुत्र लिए नहीं, मेरा दुख यह है, मैं घमंडी नहीं, मेरा दुख यह है कि मेरे कारण ये सब कुछ हो रहा है, मेरे पाप के कारण ये सब कुछ हो रहा है। मैं 4 गवाए, 3 पुत्र, 1 धी जिहड़ी जिउंदी मर गई। और इस्राएल ने दे घराने ने हजारां मरवाए। सो इस करके वो अपनी हालत नू प्रभु दे अगे पेश करता। और प्रभु का शुक्र है कि असी 2 तरह जिसले भारे समय दे विच दी गुजर रहे होंगे ना, उसके 2 तरीके है उस समय दे विच दी गुजरन दे लई। एक ये जबूर जो सानू सिखाउंदा पिया, और दूसरा हैगा कि असी अपने तरीके लगे। उसने अपनी हालत प्रभु दे अगे रखी, पर इस्राएल नू कहा कि हे इस्राएल, जो तुसी रोने पाया प्रभु ते भरोसा रखो, प्रभु ते भरोसा रखो। और जिसले असीं 138 जबूर देखते हैं, 138 जबूर दे विच 2-3 चीज़ां बहुत ही प्यारियां हैं। इस दे विच क्योंकि हुण उपासना करदे ओ जा रहे राइट। इस दे विच जिस वेले असीं देखदे पए हैं कि उसने जिहड़ी खास चीज़ ये कही है कि हुण मैं प्रभु तेरी उपासना करूंगा, मैं अपना सिर उपासना दे लई तेरे मंदिर दे विच निआउंदा, मैं तेरी दया ते सच्चाई दे लई तेरा धन्नवाद करदा, क्योंकि तू सब तो उत्ते अपने नाम अते वचन नू उच्चा कीता।
ਮੇਰੇ ਪੁਕਾਰਨ ਤੇ ਤੂੰ ਮੈਨੂੰ ਉੱਤਰ ਦਿੱਤਾ ਅਤੇ ਮੇਰੇ ਵੱਲ ਨੂੰ ਵਧਾਇਆ। ਸਾਰਾ ਸਮਾਂ ਜੋ ਮੈਂ ਦੌੜਾ ਰਿਹਾ, ਮੈਂ ਤੈਨੂੰ ਪੁਕਾਰਦਾ ਸੀ, ਤੂੰ ਮੇਰੀ ਪੁਕਾਰ ਸੁਣਦਾ ਸੀ। ਅਸੀਂ ਦੇਖਿਆ ਹੈਗਾ ਕਿੱਦਾਂ ਦਿਲ ਦੇ ਵਿੱਚੋਂ, ਜਿਹੜੇ ਜ਼ਬੂਰ ਅਸੀਂ ਸਾਰੇ ਪੜ੍ਹੇ ਆ, ਕਿੱਦਾਂ ਉਹ ਦਿਲ ਦੇ ਵਿੱਚੋਂ ਲਹੂ ਬਣ ਕੇ ਉਹ ਬਾਹਰ ਆ ਰਿਹਾ ਸੀ। ਮੈਂ ਤੈਨੂੰ ਪੁਕਾਰਿਆ, ਤੂੰ ਮੈਨੂੰ ਪੁਕਾਰਿਆ, ਤੂੰ ਮੇਰੇ ਬਲ ਨੂੰ ਵਧਾਇਆ। ਇੱਥੇ ਤੱਕ ਜਿਸ ਵੇਲੇ ਉਸਦੇ ਨਾਲ ਸਿਰਫ 600 ਬੰਦਾ ਹੈ ਔਰ ਅਬਸ਼ਲੋਮ ਦੇ ਕੋਲ ਪੂਰੀ ਸੈਨਾ ਆ, ਔਰ ਉਸਦਾ ਜਿਹੜਾ ਉਸਦਾ ਉਸ ਵੇਲੇ ਮੰਤਰੀ ਉਸ ਨੂੰ ਸਲਾਹ ਦੇ ਰਿਹਾ ਕਿ ਆਹ ਸਮਾਂ ਆ, ਮੈਨੂੰ 12,000 ਫੌਜੀ ਦੇ ਤੇ ਮੈਂ ਜਾ ਕੇ ਉਹਦਾ ਖਾਤਮਾ ਕਰਕੇ ਤੈਨੂੰ ਲੈ ਕੇ ਆਵਾਂ, ਉਹਦੀ ਲੋਥ ਨੂੰ ਇੱਥੇ ਲੈ ਕੇ ਆਵਾਂ, ਤੇਰੀਆਂ ਰੁਕਾਵਟਾਂ ਨੂੰ ਖਤਮ ਕਰਾਂ। ਤੇ ਪ੍ਰਭੂ ਨੇ ਉਸ ਦੀ ਸਲਾਹ ਨੂੰ ਉਲਟਾ ਪਾ ਦਿੱਤਾ। ਉਨੀ ਦੇਰ ਦੇ ਵਿੱਚ ਜਵਾਬ ਤੇ ਬਾਕੀ ਸਾਰੇ ਸੈਨਾ ਆ ਗਈ ਉਸ ਉਨੇ ਸਮੇਂ ਦੇ ਵਿੱਚ। ਉਹਨਾਂ ਨੇ ਦਾਊਦ ਨੂੰ ਜਰਦਨ ਦੇ ਦਰਿਆ ਦੇ ਪਰਲੇ ਪਾਸੇ ਘੱਲ ਕੇ ਆਪਣੀਆਂ ਖੰਦਕਾਂ ਗੱਡ ਲਈਆਂ। He was protected. ਤੂੰ ਮੇਰੇ ਬਲ ਨੂੰ ਵਧਾਇਆ ਵੀ, ਧਰਤੀ ਦੇ ਸਭ ਰਾਜਾ ਤੇਰੀ ਮਹਿਮਾ ਕਰਨਗੇ। ਕਿਉਂਕਿ ਇਸ ਵੇਲੇ ਇਸਰਾਇਲ ਦੇ ਵਿੱਚ ਬੇਸਿਕਲੀ ਸਿਵਲ ਵਾਰ ਚੱਲਦੀ ਪਈ। ਸੋ ਉਸਨੇ ਕਿਹਾ ਕਿ ਤੂੰ ਮੈਨੂੰ ਮੇਰਾ ਪਾਸਾ ਚੁਣ ਕੇ ਤੂੰ ਇਹ ਦਿਖਾਇਆ ਕਿ ਮੈਂ ਆਪਣੇ ਚੁਣਿਆ ਹੋਇਆਂ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਦਾ, ਕਿੱਦਾਂ ਉਹਨਾਂ ਨੂੰ ਬਚਾਉਣਾ, ਕਿੱਦਾਂ ਉਹਨਾਂ ਨੂੰ ਮੌਕਾ ਦੇਣਾ। ਪ੍ਰਭੂ ਨੇ ਸਾਊਲ ਨੂੰ ਮੌਕੇ ਬਹੁਤ ਦਿੱਤੇ ਸੀ, ਸਾਊਲ ਨੇ ਕਿਸੇ ਵੀ ਮੌਕੇ ਦਾ ਉਪਯੋਗ ਨਹੀਂ ਕੀਤਾ। ਦਾਊਦ ਨੂੰ ਜਿਹੜਾ ਮੌਕਾ ਮਿਲਿਆ, ਇਸਨੇ ਹਰ ਇੱਕ ਮੌਕੇ ਦਾ ਪ੍ਰਭੂ ਦੇ ਕੋਲੋਂ ਫਾਇਦਾ ਉਠਾਇਆ। ਸਾਊਲ ਹਮੇਸ਼ਾ ਕਹਿੰਦਾ ਸੀ ਕਿ ਤਰੀਕਾ ਮੇਰਾ ਬਰਕਤ ਪਰਮੇਸ਼ਰ ਦੀ ਹੋਵੇ। ਦਾਊਦ ਕਹਿੰਦਾ ਸੀ ਨਹੀਂ, ਤਰੀਕਾ ਪਰਮੇਸ਼ਰ ਦਾ ਹੋਵੇ ਔਰ ਬਰਕਤ ਵੀ ਪਰਮੇਸ਼ਰ ਦੀ। That was the difference. ਔਰ ਅੱਗੇ ਦੇਖੋ ਕਿੰਨੀ ਪਿਆਰੀ ਚੀਜ਼ ਆ, ਕਿਉਂਕਿ ਉਹਨਾਂ ਨੇ ਤੇਰੇ ਵਚਨਾਂ ਨੂੰ ਸੁਣਿਆ ਹੈ, ਉਹ ਪ੍ਰਭੂ ਦੇ ਕੰਮਾਂ ਦੇ ਗੀਤ ਗਾਉਣਗੇ, ਕਿਉਂਕਿ ਤੇਰੀ ਮਹਿਮਾ ਮਹਾਨ ਹੈ। ਬੇਸ਼ੱਕ ਪ੍ਰਭੂ ਮਹਾਨ ਹੈ, ਫਿਰ ਵੀ ਉਹ ਨਿਤਾਣਿਆਂ ਦਾ ਖਿਆਲ ਰੱਖਦਾ। ਬੇਸ਼ੱਕ ਉਹ ਮਹਾਨ, there is no doubt, ਪਰ ਫਿਰ ਵੀ ਨਿਤਾਣਾ ਹੁੰਦਾ ਜਿਹੜਾ ਸਭ ਤੋਂ ਨੀਵਾਂ ਹੁੰਦਾ, ਨਿਤਾਣਿਆਂ ਦਾ ਖਿਆਲ ਰੱਖਦਾ ਹੈ। ਉਹ ਜਿੱਦਿਆਂ ਨੂੰ ਪਛਾਣਦਾ ਤੱਕ ਨਹੀਂ। ਮੇਰੇ ਤੇ ਬੇਅੰਤ ਦੁੱਖ ਕਿਉਂ ਨਾ ਆ ਜਾਣ, ਮੇਰੇ ਤੇ ਬੇਅੰਤ ਦੁੱਖ ਕਿਉਂ ਨਾ ਆ ਜਾਣ, ਪਰ ਤੂੰ ਮੇਰੇ ਪ੍ਰਾਣਾਂ ਦੀ ਰੱਖਿਆ ਕਰਦਾ ਹੈ। ਤੂੰ ਮੇਰੇ ਵਿਰੋਧੀਆਂ ਦੇ ਵਿਰੁੱਧ ਆਪਣਾ ਹੱਥ ਚੁੱਕਦਾ ਹੈ। ਤੇਰਾ ਸੱਜਾ ਹੱਥ ਮੇਰਾ ਬਚਾਅ ਕਰਦਾ ਹੈ। ਹੇ ਪ੍ਰਭੂ, ਤੂੰ ਮੇਰੇ ਲਈ, ਆਹ ਚੀਜ਼, ਤੂੰ ਮੇਰੇ ਲਈ ਆਪਣੇ ਉਦੇਸ਼ਾਂ ਨੂੰ ਪੂਰਾ ਕਰ। Now that is a beautiful verse. ਅਸੀਂ ਕਹਿੰਦੇ ਹਾਂ ਉਦੇਸ਼ ਵੀ ਮੇਰੇ ਆ ਤੇ ਪੂਰਾ ਵੀ ਤੂੰ ਕਰ। ਔਰ ਜੋ ਇਸ ਧਰਤੀ ਤੇ ਰਹਿੰਦੇ ਆ, ਕੁਛ ਵੀ ਨਹੀਂ, ਸਾਡੀਆਂ ਅੱਖਾਂ ਰਾਤ ਦੇ ਹਨੇਰੇ ਦੇ ਵਿੱਚ ਨਹੀਂ ਦੇਖ ਸਕਦੀਆਂ, ਪਰ ਉਹ ਧਰਤੀ ਦੀ ਡੂੰਘਾਈਆਂ ਦੇ ਵਿੱਚ ਸਾਡੇ ਤੇ ਅੱਖ ਰੱਖ ਸਕਦਾ।
तेरी दया सदीपक है, तू अपने हाथों दे काम नूं ना छड्ड। थैंक यू फादर। आओ प्रभु दे वचन दे विच चलीए। ਅਸੀਂ ਹੁਣ पहुंच चुके हैं 31 आयत ते 478 पन्ना, दूसरा सैमुअल 19वां बाब। मैं पढ़ दें बस जी। हाँ जी, ਅਸੀਂ पढ़ांगे 31 आयत तो लैके 39 आयत तक। अच्छा। राजा दा बरजलई उत्ते दया करना। गलियाद इलाके दे नगर रोगलीम दा बरजलई भी दाऊद राजा दे नाल जरदन दरिया तक आया। बरजलई 80 साल ਦਾ ਬੁੱਢਾ ਅਤੇ ਇੱਕ ਧਨੀ ਆਦਮੀ ਸੀ। ਉਸਨੇ ਜਦੋਂ ਰਾਜਾ ਮਹਲੀਨਮ ਵਿੱਚ ਰਹਿ ਰਿਹਾ ਸੀ, ਰਾਜਾ ਨੂੰ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਘੱਲੀਆਂ ਸਨ। ਰਾਜਾ ਨੇ ਬਰਜਲਈ ਨੂੰ ਕਿਹਾ, ਤੂੰ ਮੇਰੇ ਨਾਲ ਯਰੂਸ਼ਲਮ ਵਿੱਚ ਆ ਜਾ ਅਤੇ ਮੈਂ ਤੇਰੀ ਉੱਥੇ ਦੇਖਭਾਲ ਕਰਾਂਗਾ। ਬਰਜਲਈ ਨੇ ਰਾਜਾ ਨੂੰ ਉੱਤਰ ਦਿੱਤਾ, ਮੈਂ ਤਾਂ ਹੋਰ ਬਹੁਤ ਸਾਲ ਨਹੀਂ ਜੀਵਾਂਗਾ, ਫਿਰ ਮੈਂ ਯਰੂਸ਼ਲਮ ਜਾ ਕੇ ਕੀ ਕਰਾਂਗਾ। ਮੇਰੀ ਉਮਰ 80 ਸਾਲ ਦੀ ਹੋ ਚੁੱਕੀ ਹੈ ਅਤੇ ਮੈਂ ਹੁਣ ਚੰਗੇ ਭਲੇ ਦੀ ਪਛਾਣ ਨਹੀਂ ਕਰ ਸਕਦਾ ਹਾਂ। ਮੈਂ ਨਾ ਹੁਣ ਚੰਗੇ ਭੋਜਨ ਦਾ ਜਾਂ ਪੀਣ ਦਾ ਸਵਾਦ ਲੈ ਸਕਦਾ ਹਾਂ ਤੇ ਨਾ ਆਦਮੀ ਜਾਂ ਔਰਤ ਦੇ ਗਾਉਣ ਦਾ ਮਜ਼ਾ ਲੈ ਸਕਦਾ ਹਾਂ। ਸੋ ਮਹਾਰਾਜ ਨਾਲ ਜਾਣਾ ਕੇਵਲ ਇੱਕ ਭਾਰ ਹੀ ਸਿੱਧ ਹੋਵਾਂਗਾ। ਮੈਂ ਬਦਲੇ ਵਿੱਚ ਇੰਨੇ ਵੱਡੇ ਨਾਮ ਦੀ ਉਮੀਦ ਨਹੀਂ ਕਰਦਾ ਹਾਂ। ਮੈਂ ਤਾਂ ਕੇਵਲ ਜਰਦਨ ਦੇ ਪਾਰ ਕੁਝ ਦੂਰ ਤੱਕ ਤੁਹਾਡੇ ਨਾਲ ਜਾਵਾਂਗਾ। ਸੋ ਤੁਸੀਂ ਮੈਨੂੰ ਵਾਪਸ ਆਪਣੇ ਨਗਰ ਜਾਣ ਦੇਵੋ ਕਿ ਮੈਂ ਆਪਣੇ ਮਾਤਾ ਪਿਤਾ ਦੀ ਕਬਰ ਕੋਲ ਜਾ ਕੇ ਮਰਾਂ, ਪਰ ਮੇਰਾ ਪੁੱਤਰ ਤੁਹਾਡਾ ਦਾਸ ਕਿ ਮੈਂ ਹਾਂ ਤੁਹਾਡੇ ਨਾਲ ਜਾਵੇਗਾ ਤੇ ਤੁਹਾਡੀ ਸੇਵਾ ਕਰੇਗਾ। ਮਹਾਰਾਜ ਤੁਸੀਂ ਉਸ ਨੂੰ ਆਪਣੇ ਨਾਲ ਲੈ ਜਾਵੋ ਤੇ ਆਪਣੀ ਇੱਛਾ ਅਨੁਸਾਰ ਜੋ ਚਾਹੋ ਉਸ ਲਈ ਕਰੋ। ਰਾਜਾ ਨੇ ਉੱਤਰ ਦਿੱਤਾ, ਠੀਕ ਹੈ ਕਿ ਕਿਮਹਾਮ ਮੇਰੇ ਨਾਲ ਪਾਰ ਚੱਲੇਗਾ ਤੇ ਮੈਂ ਉਸ ਨਾਲ ਉਹ ਕੁਝ ਕਰਾਂਗਾ ਜੋ ਤੂੰ ਕਹੇਗਾ। ਜੋ ਕੁਝ ਤੂੰ ਮੇਰੇ ਤੋਂ ਮੰਗੇਗਾ ਮੈਂ ਤੈਨੂੰ ਦੇਵਾਂਗਾ। ਤਦ ਰਾਜਾ ਅਤੇ ਉਸਦੇ ਨਾਲ ਸਭ ਲੋਕ ਜਰਦਨੋਂ ਪਾਰ ਚਲੇ ਗਏ। ਰਾਜਾ ਨੇ ਬਰਜਲਈ ਨੂੰ ਚੁੰਮਿਆ ਅਤੇ ਸੀਸ ਦਿੱਤੀ ਤਾਂ ਬਰਜਲਈ ਵਾਪਸ ਆਪਣੇ ਘਰ ਚਲਾ ਗਿਆ। ਆਮੀਨ। ਅਸੀਂ ਪਿੱਛੇ ਪੜਿਆ ਸੀ ਕਿ ਜਿਸਲੇ ਰਾਜਾ ਮਨੀਹਮ ਦੇ ਵਿੱਚ ਪਹੁੰਚਾ ਤੇ ਉਸ ਵੇਲੇ ਬਰਜਲਈ ਨੇ ਉਸ ਦੇ ਲਈ ਖਾਣਾ ਪੀਣਾ, ਰੋਟੀਆਂ, ਮਾਸ, ਜੋ ਉਸ ਨੂੰ ਚਾਹੀਦਾ ਸੀ ਮੰਜੇ ਸੌਣ ਦੇ ਲਈ, ਉਹਨਾਂ ਕੋਲ ਉਹ ਵੀ ਨਹੀਂ ਸੀਗੇ, ਉਹ ਸਾਰੀਆਂ ਚੀਜ਼ਾਂ ਉਸਨੇ ਪ੍ਰੋਵਾਈਡ ਕੀਤੀਆਂ ਸੀ। ਔਰ ਜਿੰਨੀ ਦੇਰ ਤੱਕ ਦਾਊਦ ਉੱਥੇ ਰਿਹਾ, ਉਹ ਇੱਕ ਅਮੀਰ ਆਦਮੀ ਸੀਗਾ, ਉਹ ਦਾਊਦ ਦੀ ਉਹਨੇ ਖੂਬ ਸੇਵਾ ਕੀਤੀ। ਉਸ ਇਲਾਕੇ ਦੇ ਲੋਕਾਂ ਨੇ ਦਾਊਦ ਦੀ ਖੂਬ ਸੇਵਾ ਕੀਤੀ। ਔਰ ਹੁਣ ਜਿਸ ਵੇਲੇ ਬਰਜਲਈ ਵਾਪਸ ਦਾਊਦ ਨੂੰ ਸਿਰਫ ਜਰਦਨ ਪਰ ਤੋਂ ਪਾਰ, ਯਾਨੀ ਕਿ ਲੈਟ ਮੀ ਸ਼ੋ ਯੂ what does it mean। ਸੋ ਜਿਸ ਵੇਲੇ ਅਸੀਂ ਦੇਖਦੇ ਪਏ ਹਾਂ ਤੇ ਆਹ ਰਿਵਰ ਜੋਰਡਨ, ਜਰਦਨ ਦਾ ਦਰਿਆ ਆ, ਦਾਊਦ ਨੇ ਆਉਣਾ ਹੈਗਾ ਆ ਇੱਥੇ ਜਰੂਸਲਮ ਦੇ ਵਿੱਚ, ਠੀਕ। ਸੋ ਉਹ ਇੱਥੋਂ ਮਨੱਸੇ ਦੇ ਲਾਗਿਓਂ ਦੀ ਕੋਸ਼ਿਸ਼ ਇਹ ਹੈਗੀ ਆ ਕਿ ਉਹ ਐਸੇ ਜੁਆਇੰਟ ਤੇ ਆ ਕੇ ਇਸ ਨੂੰ ਪਾਰ ਕਰਨ ਜਿੱਥੇ ਵੱਧ ਤੋਂ ਵੱਧ ਕਬੀਲੇ ਜੁੜਦੇ ਹੋਣ। ਸੋ ਉਹਨਾਂ ਨੇ ਜੈਰੀਕੋ ਦੇ ਥੋੜਾ ਜਿਹਾ ਉੱਤੇ ਇੱਥੋਂ ਗਲਗਾਲ ਦੇ ਇਲਾਕੇ ਦੇ ਵਿੱਚ ਐਂਟਰ ਕਰਨਾ ਆ ਔਰ ਇੱਥੋਂ ਉਹਨਾਂ ਨੇ ਬਿਨਯਾਮੀਨ ਦੇ ਕਬੀਲੇ ਦੇ ਵਿੱਚ ਦੀ ਹੁੰਦਿਆਂ ਹੋਇਆਂ ਜਰੂਸਲਮ ਨੂੰ ਜਾਣਾ। ਸੋ ਉਹ ਇੱਥੇ ਤੱਕ ਤਾਂ ਉਹਨਾਂ ਦੇ ਨਾਲ, ਇੱਥੋਂ ਮੈਨਾਹਮ ਤੋਂ ਇੱਥੇ ਤੱਕ ਤਾਂ ਉਹ ਆ ਗਿਆ ਉਹਨਾਂ ਦੇ ਨਾਲ। ਉਸਨੇ ਕਿਹਾ ਹੁਣ ਮੈਂ ਗਾਂਹ ਨਹੀਂ ਜਾਣਾ ਕਿਉਂਕਿ ਮੈਂ ਬਜ਼ੁਰਗ ਹਾਂ, ਮੈਨੂੰ ਪਤਾ ਨਹੀਂ ਵੀ ਮੈਂ ਅੱਜ ਮਰ ਜਾਣਾ ਕਿ ਕੱਲ ਨੂੰ ਮਰ ਜਾਣਾ, ਕਿ ਮੈਂ ਹੁਣ ਵਾਪਸ ਆਪਣੇ ਜਿੱਥੇ ਮੇਰੇ ਮਾਂ-ਬਾਪ ਦੱਬੇ ਹੋ ਆ ਮੈਂ ਉੱਥੇ ਵਾਪਸ ਜਾਊਂਗਾ। ਸੋ ਉਸਨੇ ਉਸਨੂੰ ਬਰਕਤ ਦਿੱਤੀ ਔਰ ਉਹ ਚਲਾ ਗਿਆ, ਪਰ ਉਸਦਾ ਜਿਹੜਾ ਬੇਟਾ ਸੀਗਾ ਤਿਮਹਾਮ ਉਹ ਉਸਦੇ ਨਾਲ ਅੱਗੇ ਚਲਾ ਗਿਆ। ਸੋ ਉਹ ਇੱਥੋਂ ਹੀ ਵਾਪਸ ਮੈਨਾਹਮ ਨੂੰ ਮੁੜ ਗਿਆ। ਸੋ ਦੈਟਸ ਵਾਟ ਇਟ ਮੀਨਸ। ਔਰ ਅੱਗੇ ਅਸੀਂ 92 ਖਤਮ ਕਰ ਲੈਂਦੇ ਪਹਿਲਾਂ। ਆਓ ਇਸ ਨੂੰ ਪਹਿਲਾਂ ਖਤਮ ਕਰ ਲਈਏ। 40 ਆਇਤ ਤੋਂ ਲੈ ਕੇ, ਯਾਨੀ ਕਿ ਜਿਸ ਇਨਸਾਨ ਨੇ ਵੀ ਦਾਊਦ ਦੇ ਨਾਲ ਭਲਾ ਕੀਤਾ, ਦਾਊਦ ਨੇ ਉਹਨਾਂ ਦਾ ਭਲਾ ਰੱਖਿਆ ਨਹੀਂ, ਉਹਨਾਂ ਨੂੰ ਬਰਕਤ ਦਿੱਤੀ। ਜਿਸ ਆਦਮੀ ਨੇ ਵੀ ਦਾਊਦ ਦੇ ਨਾਲ ਬੁਰਾ ਕੀਤਾ, ਦਾਊਦ ਨੇ ਉਸ ਦਾ ਬਦਲਾ ਨਹੀਂ ਲਿਆ, ਉਹ ਬਦਲਾ ਪ੍ਰਭੂ ਦੇ ਉੱਤੇ ਛੱਡ ਦਿੱਤਾ। ਦਾਊਦ ਨੇ ਆਪਣੇ ਵੱਲੋਂ
ਉਹਨਾਂ ਨੂੰ ਮਾਫ ਕਰ ਦਿੱਤਾ। ਐਸਾ ਬਿਗ ਚੇਂਜ, ਇੱਕ ਟੋਟਲੀ ਬਦਲਿਆ ਹੋਇਆ ਇਨਸਾਨ ਅਸੀਂ ਦੇਖਦੇ ਪਏ ਹਾਂ, ਇੱਕ ਬਦਲਾਵ ਦੇਖਦੇ ਪਏ ਹਾਂ, ਇੱਕ ਭਲਾ ਰਾਜਾ ਦੇਖਦੇ ਪਏ। ਜੇ ਦਾਊਦ ਇੰਨਾ ਭਲਾ ਰਾਜਾ ਹੈ ਤੇ ਫਿਰ ਉਹ ਯਿਸੂ ਮਸੀਹ ਕਿੰਨਾ ਭਲਾ ਹੋਇਆ। ਜਸਟ ਥਿੰਕ ਅਬਾਊਟ ਇਟ। ਇਸ ਚੀਜ਼ ਨੂੰ ਜਰਾ ਸੋਚੋ। ਹਾਲੇ ਤੱਕ ਉਹ ਲਹੂ ਆ ਜਿਹੜਾ ਦਾਊਦ ਦੇ ਅੰਦਰ, ਹੋਰ ਕੁਛ ਨਹੀਂ। ਜੇ ਉਸ ਦੇ ਵਿੱਚੋਂ ਇੰਨੀ ਭਲਾਈ ਤੇ ਅਸਲ ਦੇ ਵਿੱਚ ਕਿੰਨੀ ਭਲਾਈ। That is the beauty of it. ਸੋ ਆਓ ਇਸ ਨੂੰ 40 ਤੋਂ ਲੈ ਕੇ ਆਪਾਂ ਖਤਮ ਕਰ ਲਈਏ ਇਸ ਚੈਪਟਰ ਨੂੰ, ਤੇ ਫਿਰ ਆਪਾਂ 2 ਜ਼ਬੂਰ ਪੜਾਂਗੇ। ਹਾਂਜੀ, ਯਹੂਦਾ ਅਤੇ ਇਜ਼ਰਾਈਲ ਅੱਗੇ ਰਾਜ ਬਾਰੇ ਪ੍ਰਸ਼ਨ। ਸੋ ਰਾਜਾ ਦਾਊਦ ਗਿਲਗਾਲ ਨੂੰ ਗਿਆ, ਉਸ ਦੇ ਨਾਲ ਯਹੂਦਾ ਦੇ ਸਾਰੇ ਆਦਮੀ, ਅੱਧੇ ਇਜ਼ਰਾਈਲ ਦੇ ਆਦਮੀ ਅਤੇ ਕਿਮਹਾਮ ਸਨ। ਤਦ ਇਜ਼ਰਾਈਲੀ ਲੋਕ ਰਾਜਾ ਕੋਲ ਆਏ ਤੇ ਬੋਲੇ, ਮਹਾਰਾਜ, ਸਾਡੇ ਯਹੂਦਾ ਦੇ ਭਰਾ ਕਿਉਂ ਸੋਚਦੇ ਹਨ ਕਿ ਤੁਹਾਡੇ ਉੱਤੇ ਉਹਨਾਂ ਦਾ ਹੀ ਅਧਿਕਾਰ ਹੈ, ਇਸ ਲਈ ਉਹ ਤੁਹਾਨੂੰ ਤੁਹਾਡੇ ਸਾਰੇ ਟੱਬਰ ਅਤੇ ਅਧਿਕਾਰੀਆਂ ਦੀ ਜਰਦਨ ਪਾਰ ਜਾਣ ਵਿੱਚ ਅਗਵਾਈ ਕਰ ਰਹੇ ਹਨ। ਯਹੂਦਾ ਦੇ ਆਦਮੀਆਂ ਨੇ ਉੱਤਰ ਦਿੱਤਾ, ਕਿਉਂਕਿ ਰਾਜਾ ਦਾਊਦ ਸਾਡਾ ਨੇੜੇ ਦਾ ਸੰਬੰਧੀ ਹੈ, ਇਸ ਤੋਂ ਤੁਹਾਨੂੰ ਗੁੱਸੇ ਨਹੀਂ ਹੋਣਾ ਚਾਹੀਦਾ। ਫਿਰ ਨਾ ਤਾਂ ਅਸੀਂ ਰਾਜਾ ਦਾ ਭੋਜਨ ਖਾਧਾ ਹੈ ਤੇ ਨਾ ਹੀ ਉਸ ਤੋਂ ਇਨਾਮ ਲਏ ਹਨ। ਇਜ਼ਰਾਈਲੀਆਂ ਨੇ ਉੱਤਰ ਦਿੱਤਾ, ਸਾਡਾ ਰਾਜਾ ਉੱਤੇ ਤੁਹਾਡੇ ਨਾਲੋਂ 10 ਗੁਣਾ ਵੱਧ ਹੱਕ ਹੈ। ਫਿਰ ਤੁਸੀਂ ਸਾਨੂੰ ਕਿਉਂ ਤੁੱਛ ਸਮਝਦੇ ਹੋ? ਤੁਸੀਂ ਇਹ ਵੀ ਨਾ ਭੁੱਲੋ ਕਿ ਤੁਹਾਡੇ ਨਾਲੋਂ ਪਹਿਲਾਂ ਅਸੀਂ ਰਾਜਾ ਦੀ ਵਾਪਸੀ ਬਾਰੇ ਸੋਚਿਆ ਸੀ। ਪਰ ਯਹੂਦਾ ਦੇ ਲੋਕਾਂ ਦੇ ਦਾਅਵੇ ਇਜ਼ਰਾਈਲੀਆਂ ਨਾਲੋਂ ਵੱਧ ਜ਼ੋਰਦਾਰ ਸਨ। ਆਮੀਨ। ਸੋ ਹੁਣ ਉਸ ਦੀ ਭਲਾਈ ਨੂੰ ਦੇਖ ਕੇ ਪ੍ਰਭੂ ਲੋਕਾਂ ਦੇ ਦਿਲ ਵੀ ਬਦਲ ਗਏ। ਉਹ ਸਾਰੇ ਸੋਚਦੇ ਸੀਗੇ ਕਿ ਜਿਸਲੇ ਦਾਊਦ ਨੇ ਆਉਣਾ, ਉਸਨੇ ਇਹਨੂੰ ਸਜ਼ਾ ਦੇਣੀ ਆ, ਉਸਨੇ ਇਹਨੂੰ ਸਜ਼ਾ ਦੇਣੀ ਆ, ਆ ਮਾਰਿਆ ਜਾਣਾ, ਉਹ ਮਾਰਿਆ ਜਾਣਾ। ਦਾਊਦ ਨੇ ਆ ਕੇ ਚੰਗੀ ਕਲੈਂਜ਼ਿੰਗ ਕਰਨੀ। ਔਰ ਜਿਸ ਘਰਾਨਾ ਜਿਹੜਾ ਘਰਾਨਾ ਉਹਦੇ ਖਿਲਾਫ ਉੱਠਿਆ, ਉਹ ਲੱਭਿਓ ਨਹੀਂ ਲੱਭਣੇ। ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਪਹਿਲੀ ਉਹ ਛਵੀ ਛਾਈ ਆ ਜੋ ਰਾਜੇ ਕਰਦੇ ਹੁੰਦੇ ਸੀ। ਔਰ ਜਿਸ ਵੇਲੇ ਵਾਪਸ ਆ ਰਿਹਾ, ਔਰ ਉਸਨੇ ਸ਼ਮਈ ਨੂੰ ਮਾਫ ਕਰ ਦਿੱਤਾ। ਉਸਨੇ ਉਸ ਬੰਦੇ ਨੂੰ ਮਾਫ ਕਰ ਦਿੱਤਾ ਜਿਹਨੇ ਧੁੱਦੜ ਉਡਾਈ, ਬੱਟੇ ਮਾਰੇ, ਬਦਦੁਆਵਾਂ ਦਿੱਤੀਆਂ। ਤੇ ਉਹਨਾਂ ਨੇ ਦੇਖ ਲਿਆ ਕਿ ਨਹੀਂ, ਪ੍ਰਭੂ ਇਸ ਦੇ ਨਾਲ ਆ, ਪ੍ਰਭੂ ਇਸ ਦੇ ਉੱਪਰ ਆ, ਔਰ ਪ੍ਰਭੂ ਇਸ ਦੇ ਅੰਦਰ। ਕਿਉਂਕਿ ਇਹ ਕਿਸੇ ਚੀਜ਼ ਦੀ ਵਡਿਆਈ ਨਹੀਂ ਲੈਂਦਾ। ਸਾਨੂੰ ਸਭ ਨੇ ਮੋਰੇ ਗਾਉਂਦਾ ਜਾ ਰਿਹਾ ਕਿ ਪ੍ਰਭੂ ਦੀ ਵਡਿਆਈ ਕਰੋ, ਦਰਵਾਜ਼ੇ ਉੱਚੇ ਕਰੋ, ਕਿਉਂਕਿ ਸੈਨਾ ਦਾ ਪ੍ਰਭੂ ਆ ਰਿਹਾ। ਸੋ ਉਹਨਾਂ ਨੂੰ ਇਹ ਚੀਜ਼ ਜਿਸ ਲਈ ਉਹ ਦੇਖਦੇ ਪਏ ਆ, ਤੇ ਉਹ ਇੱਕ ਵੱਖਰਾ ਹੀ ਇਨਸਾਨ ਦੇਖਦੇ ਪਏ ਜੋ ਵਾਪਸ ਆਇਆ, ਟੁੱਟ ਚੁੱਕਾ। ਯਸ, ਕਿ ਉਹ ਆਪਣੇ ਪਾਪ ਲਈ ਸ਼ਰਮਿੰਦਾ ਹੈ। ਯਸ, ਪ੍ਰਭੂ ਦੇ ਅੱਗੇ ਸ਼ਰਮਿੰਦਾ ਹੈ। ਪਰ ਕੀ ਉਹਦੇ ਮਨ ਦੇ ਵਿੱਚ ਬਦਲਾ ਆਇਆ? ਉਹ ਨਾ ਕਿਸੇ ਤੋਂ ਬਦਲਾ ਲੈ ਰਿਹਾ, ਤੇ ਜਿਸ ਨੇ ਭਲਾਈ ਕੀਤੀ ਉਸ ਨੂੰ ਬਦਲੇ ਦੇ ਵਿੱਚ ਬਹੁਤ ਕੁਛ ਦੇ ਰਿਹਾ। ਔਰ ਇਹ ਹੈ ਬਰਕਤ। ਔਰ ਜਿਸ ਵੇਲੇ ਅਸੀਂ ਕਹਿੰਦੇ ਕਿ ਫਲਾਣੇ ਬੰਦੇ ਨੇ ਪ੍ਰਭੂ ਯਿਸੂ ਮਸੀਹ ਦੇ ਲਈ ਕੋਈ ਕੰਮ ਤਾਂ ਕੀਤਾ ਨਹੀਂ, ਤਾਂ ਉਹ ਸਵਰਗ ਦੇ ਵਿੱਚ ਕਿੱਦਾਂ ਜਾਏਗਾ? ਜਦ ਦਾਊਦ ਮਾਫੀ ਦੇ ਕੇ ਅੱਗੇ ਵੱਧਦਾ ਜਾ ਰਿਹਾ, ਜ਼ਿੰਦਗੀ ਬਖਸ਼ ਕੇ ਅੱਗੇ ਵੱਧਦਾ ਜਾ ਰਿਹਾ, ਜ਼ਿੰਦਗੀ ਤਾਂ ਬਖਸ਼ ਜਾਏਗਾ, ਪਰ ਇਨਾਮ ਕਿਹਨੂੰ ਮਿਲਣਗੇ? ਜਿਸ ਤਰ੍ਹਾਂ ਇੱਥੇ ਬਰਜਲਾਈ ਨੂੰ ਅਸੀਂ ਦੇਖਿਆ, ਉਹਦੀ ਸੰਤਾਨ ਨੂੰ, ਔਰ ਫਿਰ ਗਾਂ ਨੂੰ ਉਸ ਦੀਆਂ ਸੰਤਾਨਾਂ ਨੂੰ, ਜਿਨ੍ਹਾਂ ਨੇ ਸੋਲੋਮਨ ਦੇ ਨਾਲ ਰਹਿਣਾ। ਫਿਰ ਉਸ ਤੋਂ ਬਾਅਦ
ਅੱਗੇ ਜਾ ਕੇ ਉਹਨਾਂ ਦੀਆਂ ਸੰਤਾਨਾਂ ਦੇ ਨਾਲ ਰਹਿਣਾ, ਜਿਹੜੇ ਪ੍ਰਭੂ ਦੇ ਲਈ ਕੁਛ ਕਰਨਗੇ। ਔਰ ਇਸ ਰਸਤੇ ਤੇ ਜਿੱਥੇ ਦਾਊਦ ਆ ਰਿਹਾ ਵਾਪਸ, ਜਿਹੜੇ ਉਹਦੇ ਲਈ ਕਰਨਗੇ ਮਸੀਹ ਦੇ ਲਈ, ਉਹਨਾਂ ਦਾ ਹੱਕ ਨਹੀਂ ਰੱਖਿਆ ਜਾਏਗਾ, ਉਹਨਾਂ ਦਾ ਹੱਕ ਨਹੀਂ ਰੱਖਿਆ ਜਾਏਗਾ। ਇਸ ਲਈ ਅਸੀਂ ਇਸ ਵਚਨ ਨੂੰ ਦੇਖਦੇ ਹਾਂ ਤੇ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਰੱਖੋ। ਪਰ ਹੁਣ ਇਸ ਵੇਲੇ ਉਹਨਾਂ ਦੇ ਵਿੱਚ ਲੜਾਈ ਪੈ ਗਈ, ਨਹੀਂ ਰਾਜਾ ਦਾਊਦ ਸਾਡਾ, ਨਹੀਂ ਰਾਜਾ ਦਾਊਦ ਸਾਡਾ। ਕਹਿਣ ਦਾ ਕੀ ਮਤਲਬ ਕਿ ਪ੍ਰਭੂ ਨੇ ਰਾਜਾ ਦਾਊਦ ਨੂੰ ਦਿਖਾ ਦਿੱਤਾ ਹੈ ਕਿ ਮੈਂ ਤੈਨੂੰ ਮੁੜ ਕੇ ਕੌਮ ਦਾ ਚਰਵਾਹਾ ਬਣਾ ਦਿੱਤਾ। ਹਾਂ, ਕੁਛ ਇੱਕ ਲੋਕਾਂ ਨੇ ਉੱਠਣਾ, ਉਹਨਾਂ ਨੇ ਦੇਖਣਾ ਕਿ ਰਾਜਾ ਕਮਜ਼ੋਰ ਆਈ ਹੋਈ ਵੇਲਾ, ਪਰ ਕਿਸੇ ਨੇ ਕਾਮਯਾਬ ਨਹੀਂ। ਜ਼ਬੂਰ 92 और ਜ਼ਬੂਰ 100। मैं पढ़ भी नहीं पास्टर जी। ਉਸਤਤ ਨਾਲ ਭਰਿਆ ਭਜਨ। ਇਹ ਕਿੰਨਾ ਭਲਾ ਹੈ ਪ੍ਰਭੂ ਦਾ ਧੰਨਵਾਦ ਕਰਨਾ ਅਤੇ ਪਰਮ ਪ੍ਰਧਾਨ ਦੇ ਗੁਣ ਗਾਉਣਾ। ਅੰਮ੍ਰਿਤ ਵੇਲੇ ਤੇਰੀ ਦਇਆ ਦਾ ਅਤੇ ਰਾਤ ਵੇਲੇ ਤੇਰੀ ਸਚਾਈ ਦਾ ਬਿਆਨ ਕਰਨਾ। ਤਾਰਾਂ ਵਾਲੇ ਬਾਜੇ ਅਤੇ ਸਤਾਰ ਉੱਤੇ ਅਤੇ ਬਰਬਤ ਦੇ ਵਿਰਾਗੀ ਸੁਰ ਉੱਤੇ, ਹੇ ਪ੍ਰਭੂ ਤੂੰ ਆਪਣੇ ਕੰਮਾਂ ਨਾਲ ਮੈਨੂੰ ਖੁਸ਼ ਕੀਤਾ, ਸੋ ਮੈਂ ਤੇਰੇ ਹੱਥਾਂ ਦੇ ਕੰਮਾਂ ਦੀ ਉਸਤਤ ਗਾਵਾਂਗਾ। ਹੇ ਪ੍ਰਭੂ ਤੇਰੇ ਕੰਮ ਕਿੰਨੇ ਵੱਡੇ ਹਨ ਅਤੇ ਤੇਰੇ ਵਿਚਾਰ ਕਿੰਨੇ ਡੂੰਘੇ ਹਨ। ਜੰਗਲੀ ਸੁਭਾਅ ਵਾਲਾ ਆਦਮੀ ਕਦੀ ਨਹੀਂ ਜਾਣ ਸਕਦਾ ਅਤੇ ਮੂਰਖ ਕਦੀ ਸਮਝ ਨਹੀਂ ਸਕਦਾ। ਬੇਸ਼ੱਕ ਦੁਸ਼ਟ ਘਾਹ ਦੀ ਤਰ੍ਹਾਂ ਪੁੰਗਰਦੇ ਅਤੇ ਬੁਰੇ ਕੰਮ ਕਰਨ ਵਾਲੇ ਵੱਧਦੇ ਫੁੱਲਦੇ ਹਨ, ਪਰ ਉਹ ਹਮੇਸ਼ਾ ਦੇ ਲਈ ਨਾਸ਼ ਹੋ ਜਾਣਗੇ। ਹੇ ਪ੍ਰਭੂ ਤੂੰ ਅਨੰਤ ਕਾਲ ਤੱਕ ਸਭ ਤੋਂ ਉੱਤਮ ਹੈ। ਹੇ ਪ੍ਰਭੂ ਤੇਰੇ ਵੈਰੀ ਨਾਸ਼ ਹੋ ਜਾਣਗੇ ਅਤੇ ਬੁਰੇ ਕੰਮ ਕਰਨ ਵਾਲੇ ਖਿੰਡ ਪੁੰਡ ਜਾਣਗੇ। ਤੂੰ ਮੈਨੂੰ ਜੰਗਲੀ ਸਾਂਢ ਦੀ ਤਰ੍ਹਾਂ ਸ਼ਕਤੀਸ਼ਾਲੀ ਬਣਾਇਆ ਹੈ ਅਤੇ ਤੂੰ ਮੇਰਾ ਤੇਲ ਦੇ ਨਾਲ ਅਭਿਸ਼ੇਕ ਕੀਤਾ ਹੈ। ਮੇਰੀਆਂ ਅੱਖਾਂ ਨੇ ਮੇਰੇ ਵੈਰੀਆਂ ਦਾ ਡਿੱਗਣਾ ਦੇਖ ਲਿਆ ਹੈ ਅਤੇ ਮੇਰੇ ਕੰਨਾਂ ਨੇ ਉਹਨਾਂ ਦੇ ਬੁਰੇ ਹਾਲ ਬਾਰੇ ਸੁਣਿਆ ਹੈ। ਭਲਾ ਮਨੁੱਖ ਖਜੂਰ ਦੇ ਰੁੱਖ ਵਾਂਗ ਫਲਿਆ ਰਹੇਗਾ ਅਤੇ ਲਬਾਨੋਨ ਦੇ ਦਿਆਰ ਵਾਂਗ ਵਧੇਗਾ। ਉਹ ਪ੍ਰਭੂ ਦੇ ਘਰ ਵਿੱਚ ਲੱਗੇ ਰੁੱਖ ਦੇ ਵਾਂਗ ਹਨ ਅਤੇ ਉਹ ਸਾਡੇ ਪਰਮੇਸ਼ਰ ਦੇ ਮੰਦਿਰ ਵਿੱਚ ਵੱਧਦੇ ਫੁੱਲਦੇ ਹਨ। ਉਹ ਬੁਢਾਪੇ ਵਿੱਚ ਵੀ ਫਲ ਦਿੰਦੇ ਹਨ ਅਤੇ ਸਦਾ ਰਾਸਦਾਰ ਅਤੇ ਹਰੇ ਭਰੇ ਰਹਿੰਦੇ ਹਨ। ਇਸੇ ਤੋਂ ਪ੍ਰਗਟ ਹੈ ਕਿ ਪ੍ਰਭੂ ਭਲਾ ਹੈ, ਉਹ ਮੇਰੇ ਬਚਾਓ ਦੀ ਚਟਾਨ ਹੈ ਅਤੇ ਉਸ ਵਿੱਚ ਕਿਸੇ ਤਰ੍ਹਾਂ ਦਾ ਭੈੜ ਨਹੀਂ। ਆਮੀਨ। ਸੋ ਦੇਖੋ ਕਿੰਨਾ ਕੁਛ ਇਸ ਜ਼ਬੂਰ ਦੇ ਵਿੱਚ ਹੈ। ਇਹ ਅਸੀਂ ਇੱਕ ਗੀਤ ਗਾਉਣਾ, ਤੇਰੀਆਂ ਸਿਫਤਾਂ ਦੇ ਗਾਉਣੇ ਗੀਤ ਕਰਨਾ ਸ਼ੁਕਰ ਖੁਦਾ। ਸੋ ਇਹ ਉਹ ਸੌਂਗ think about ਉਹਨਾਂ ਦਾ ਕਾਫਲਾ ਜਾ ਰਿਹਾ, ਉਹ God ਤੇਰੀਆਂ ਸਿਫਤਾਂ ਦੇ ਗਾਉਣੇ। ਸੋ ਇੱਥੇ ਅਸੀਂ ਇਹ ਦੇਖ ਕਿੰਨਾ ਭਲਾ ਹੈ ਪ੍ਰਭੂ ਦਾ ਧੰਨਵਾਦ ਕਰਨਾ, ਪਰਮ ਪ੍ਰਧਾਨ ਦੇ ਗੁਣ ਗਾਉਣਾ, ਅੰਮ੍ਰਿਤ ਵੇਲੇ ਤੇਰੀ ਦਇਆ ਦਾ, ਰਾਤ ਦੇ ਵੇਲੇ ਤੇਰੀ ਸੱਚਾਈ ਦਾ, ਤਾਰਾਂ ਵਾਲੇ ਵਾਜੇ ਅਤੇ ਸਿਤਾਰ ਦੇ ਉੱਤੇ ਅਤੇ ਬਰਬਤ ਤੇ ਵਿਰਾਗੀ ਸੁਰ ਉੱਤੇ। ਹੇ ਪ੍ਰਭੂ ਮੈਂ ਤੇਰੀਆਂ ਕੰਮਾਂ ਤੋਂ ਖੁਸ਼, ਤੇਰੀਆਂ ਕੰਮਾਂ ਤੋਂ ਜਾਂ ਉਹ ਰੱਬਾ ਤੂੰ ਮੈਨੂੰ ਖੁਸ਼ਹਾਲ ਹੈ ਕੀਤਾ। ਔਰ ਤੇਰੇ ਕੰਮ ਪ੍ਰਭੂ, ਤੇਰੇ ਕੰਮ ਕਿੰਨੇ ਵੱਡੇ ਕਿੰਨੇ ਡੂੰਘੇ ਹਨ, ਤੇਰੇ ਵਿਚਾਰ ਕਿੰਨੇ ਡੂੰਘੇ। ਔਰ ਪਸ਼ੂ ਸੁਭਾਅ ਵਾਲਾ ਆਦਮੀ ਜੋ ਪ੍ਰਭੂ ਦੇ ਵਿੱਚ ਅੱਗੇ ਵੱਧਦਾ ਨਹੀਂ ਪਿਆ, ਪਸ਼ੂ ਦਾ ਜਿਹੜਾ ਸੁਭਾਅ ਹੁੰਦਾ ਉਹ ਉੱਥੇ ਹੀ ਹੁੰਦਾ, ਖਾਣਾ ਪੀਣਾ ਉਸਨੂੰ ਆਪਣੀ ਰਾਖੀ ਦੇ ਬਾਰੇ ਹੁੰਦਾ, ਔਰ ਫਿਰ ਖਾਣਾ ਪੀਣਾ, ਔਰ ਇੱਥੇ ਤੱਕ ਬਸ ਉਸਦੀ ਖੋਜ ਵਿੱਚ ਉਹ ਰਹਿੰਦਾ। ਉਹ ਜਿੱਥੇ ਮਿਲ ਜਾਏ ਉੱਥੋਂ ਦਾ ਜਿਹੜਾ ਉਸਨੂੰ ਖਿਲਾ ਦੇ ਉਹਦੇ ਲਈ। ਸਾਡੇ ਘਰ ਛੋਟਾ ਜਿਹਾ ਬਰਡ ਆ, ਤੁਸੀਂ ਦੇਖਿਆ ਹੋਣਾ, ਕਈ ਵਾਰ ਉੱਡ ਕੇ ਆ ਕੇ ਤੇ ਮੇਰੇ ਸਿਰ ਤੇ ਬਹਿ ਜਾਂਦਾ। ਟੀਵੀ ਆ ਉਸ ਦਾ, ਔਰ ਸੈਮੂਅਲ ਲੈ ਕੇ ਆਇਆ ਸੀ, ਸੈਮੂਅਲ ਦੇ ਰੂਮ ਦੇ ਵਿੱਚ ਉਹ ਪੜ੍ਹੇ।
ਸੈਮੂਅਲ ਦੇ ਰੂਮ ਉਹਦੇ ਆਪਣੇ ਹੱਥਾਂ ਤੇ ਬਿਠਾ ਕੇ ਉਸਨੂੰ ਉਹ ਖਿਲਾਉਂਦਾ ਰਿਹਾ, ਆਪਣੇ ਕੰਪਿਊਟਰ ਤੇ ਬਿਠਾ ਕੇ ਉਹ ਨਾਲ ਲੱਗਾ ਰਹਿੰਦਾ ਸੀਗਾ। ਉਹ ਕਦੀ ਉਹਦੇ ਮੋਢਿਆਂ ਤੇ ਚੜ ਗਿਆ, ਕਦੀ ਉੱਤਰ ਗਿਆ, ਕਦੀ ਚੜ ਗਿਆ, ਕਦੀ ਉੱਤਰ ਗਿਆ। ਸੈਮੂਅਲ ਨੂੰ ਐਲਰਜੀ ਸੀ, ਸੋ ਅਸੀਂ ਕਿਹਾ ਕਿ ਇਹਨੂੰ ਰੱਖ ਤਾਂ ਸਕਦੇ ਹਾਂ ਪਰ ਤੇਰੇ ਕਮਰੇ 'ਚ ਨਹੀਂ ਰਹੇਗਾ। ਸੋ ਉਸਨੂੰ ਅਸੀਂ ਇੱਥੇ ਲਿਵਿੰਗ ਰੂਮ 'ਚ ਰੱਖ ਲਿਆ। ਹੁਣ ਉਸਨੂੰ ਖਾਣਾ ਸੈਮੂਅਲ ਨਹੀਂ ਦਿੰਦਾ, ਉਸਨੂੰ ਖਾਣਾ ਮੈਂ ਦਿੰਦਾ। ਉਸਨੂੰ ਖਾਣਾ ਮੈਂ ਦਿੰਦਾ, ਉਸਨੂੰ ਪੀਣ ਨੂੰ ਪਾਣੀ ਮੈਂ ਦਿੰਦਾ। ਰਾਤ ਨੂੰ ਜਿਸ ਵੇਲੇ ਉਸਨੇ ਸੌਣਾ ਹੁੰਦਾ ਉੱਤੇ ਕੱਪੜਾ ਪਾਉਣਾ ਪੈਂਦਾ, ਉਹ ਸਾਰਾ ਕੁਝ ਸਵੇਰ ਨੂੰ ਫਿਰ ਜਦੋਂ ਉੱਠਣਾ ਹੁੰਦਾ ਸਾਰਾ ਕੁਝ ਮੈਂ ਕਰਦਾ। ਇੱਕ ਸਮਾਂ ਸੀ ਉਹ ਮੇਰੇ ਕੋਲ ਕਦੀ ਨਹੀਂ ਸੀ ਆਉਂਦਾ, ਹੁਣ ਉਹ ਸੈਮੂਅਲ ਕੋਲ ਨਹੀਂ ਜਾਂਦਾ। ਉਹ ਜਿਸ ਵੇਲੇ ਉਸਨੂੰ ਛੱਡ ਦਿਓ ਆਵਾਜ਼ਾਂ ਮਾਰਦਾ ਰਹਿੰਦਾ, ਮੇਰੇ ਕੋਲ ਆ ਜਾਣਾ, ਉੱਥੇ ਨਹੀਂ ਹੁਣ ਦੌੜ ਕੇ ਆ ਕੇ ਮੇਰੇ ਮੋਢੇ ਤੇ ਪੈ ਜਾਣਾ। ਕਿਉਂ? ਪਸ਼ੂ ਸੁਭਾਅ, ਸਿਰਫ ਉਹੀ ਚੀਜ਼ਾਂ ਦਾ ਧਿਆਨ ਉਸਨੂੰ, ਮੈਨੂੰ ਦਾਣੇ ਪਾਉਂਦਾ, ਮੈਨੂੰ ਪਾਣੀ ਦਿੰਦਾ। ਪਰ ਜਿਹੜਾ ਮਨੁੱਖ ਉਸ ਸੁਭਾਅ ਤੋਂ ਅੱਗੇ ਆ, ਉਹ ਪ੍ਰਭੂ ਦੇ ਡੂੰਘੇ ਵਿਚਾਰ ਨੂੰ ਜਾਣਨਾ, ਉਹ ਪ੍ਰਭੂ ਨੂੰ ਜਾਣਨਾ, ਉਸ ਦੀ ਇੱਛਾ ਨੂੰ ਜਾਣਨਾ ਮੰਗਦਾ। ਉਹ ਆਪਣੀਆਂ ਇੱਛਾਵਾਂ ਨਹੀਂ ਉਸ ਨੂੰ ਦੱਸਦਾ, ਉਸ ਦੀ ਇੱਛਾ ਨੂੰ ਜਾਣਨਾ। ਇਸ ਆਇਤ ਦਾ ਇਹ ਮਤਲਬ। ਔਰ ਇਸ ਕਰਕੇ ਉਹ ਕਹਿੰਦਾ ਕਿ ਉਹ ਘਾਹ ਦੀ ਤਰ੍ਹਾਂ ਪੁੰਗਰਦੇ ਹਨ, ਮੂਰਖ ਇਹਨਾਂ ਚੀਜ਼ਾਂ ਨੂੰ ਕਦੀ ਨਹੀਂ ਸਮਝ ਸਕਦਾ। ਦੈਟ ਇਜ਼ ਦੀ ਮਤਲਬ। ਔਰ ਉਹ ਵੀ ਜਿੱਦਾਂ ਇੱਕ ਪਸ਼ੂ ਦਾ ਲੈਵਲ ਆ, ਬੰਦਾ ਉੱਥੇ ਆ ਕੇ ਪ੍ਰਭੂ ਦੇ ਵਿੱਚ ਅਟਕ ਜਾਂਦਾ, ਔਰ ਦੂਸਰਾ ਮੂਰਖਤਾ ਦਾ ਲੈਵਲ ਆ, ਜਿੱਥੇ ਜਾ ਕੇ ਉਹ ਦੂਜੀ ਜਿਹੜੀ ਸਟੇਜ ਆ ਮੂਰਖਤਾ ਦਾ ਲੈਵਲ, ਉੱਥੇ ਜਾ ਕੇ ਅਟਕ ਜਾਂਦਾ। ਉਹ ਕਦੀ ਇਸ ਚੀਜ਼ ਨੂੰ ਸਮਝ ਨਹੀਂ ਸਕਦਾ। ਬੇਸ਼ੱਕ ਦੁਸ਼ਟ ਘਾਹ ਦੀ ਤਰ੍ਹਾਂ ਪੁੰਗਰਦੇ ਹਨ ਅਤੇ ਬੁਰੇ ਕੰਮ ਕਰਨ ਵਾਲੇ ਵੱਧਦੇ ਅਤੇ ਫੁੱਲਦੇ ਹਨ। ਬੜੇ ਵੱਡੇ ਵੱਡੇ ਘਰ, ਬੜੀਆਂ ਚੀਜ਼ਾਂ, ਆਪਣੇ ਆਪ ਨੂੰ ਖੁਦਾ ਸਮਝਦੇ ਹੁੰਦੇ। ਔਰ ਜਿਸ ਵੇਲੇ ਤੁਸੀਂ ਉਹਨਾਂ ਕੋਲ ਬਹਿਨੇ ਗੱਲ ਕਰਦੇ ਆ, ਸਵਾਏ ਘਰਾਂ ਦੀ ਗੱਲ ਤੋਂ ਹੋਰ ਕੋਈ ਗੱਲ ਨਹੀਂ। ਕੋਈ ਬਸ ਇਹੋ ਹੀ ਗੱਲ, ਤੇਰਾ ਘਰ ਕਿੰਨੇ ਦਾ ਹੋ ਗਿਆ। ਮੇਰਾ ਹੁੰਦਾ ਕਿ ਭਾਈ ਰੱਬ ਨੇ ਸਿਰ ਤੇ ਛੱਤ ਦਿੱਤੀ, ਉਹ ਬੈਠੇ ਹੋ, ਜਿੰਨੇ ਮਰਜ਼ੀ ਦਾ ਹੋ ਗਿਆ ਹੋਵੇ, ਜੇ ਇਹਨੂੰ ਵੇਚਾਂਗੇ ਗਾਂਹ ਜਾ ਕੇ ਲਵਾਂਗੇ ਤੇ ਇੱਕ ਤੋਂ ਜ਼ਿਆਦਾ ਦੇਣੇ ਪੈਣੇ ਆ, ਹੋਰ ਕਰਜ਼ਾ ਸਿਰ ਤੇ ਚੜ ਜਾਊਗਾ। ਮੈਨੂੰ ਕੀ ਆ ਕਿੰਨੇ ਦਾ ਹੋ ਗਿਆ ਤੇ ਕਿੰਨੇ ਦਾ ਨਹੀਂ ਹੋ ਗਿਆ। ਰਾਈਟ। ਸੋ ਉਹਨਾਂ ਦੀ ਗੱਲ ਸਿਰਫ ਇੱਥੇ ਤੱਕ ਹੀ ਹੁੰਦੀ, ਕਿਉਂਕਿ ਉਹਨਾਂ ਦਾ ਜਿਹੜੀਆਂ ਨੀਆਂ ਆ ਨਾ, ਉਹ ਧਰਤੀ ਵਿੱਚ, ਉਹਨਾਂ ਦੀਆਂ ਨੀਆਂ ਉਹਨਾਂ ਦੀ ਮੁਕਤੀ ਵਿੱਚ ਨੇ। ਔਰ ਜਿਨ੍ਹਾਂ ਦੀਆਂ ਨੀਆਂ ਪ੍ਰਭੂ ਦੀ ਮੁਕਤੀ ਦੇ ਵਿੱਚ ਆ, ਉਹਨਾਂ ਨੂੰ ਪਤਾ ਹੈ ਕਿ I'm born again, ਮੇਰਾ ਦੂਸਰਾ ਜਨਮ ਹੋਇਆ। ਔਰ ਇਹੋ ਚੀਜ਼ ਸਾਨੂੰ ਦਾਊਦ ਸਿਖਾਉਂਦਾ ਪਿਆ, ਔਰ ਇਹੋ ਚੀਜ਼ ਉਹ ਕਿੰਨੇ ਕੁਛ ਦੇ ਵਿੱਚੋਂ ਦੇਖੋ ਨਿਕਲ ਕੇ ਆਇਆ। ਇਹ ਜ਼ਬੂਰ ਜਿਹੜੇ ਆ, ਇਹ ਮਹਿੰਦੀ ਵਾਂਗੂ ਪੀ ਹੋ ਕੇ ਕਿਸੇ ਬੰਦੇ ਦੇ ਅੰਦਰੋਂ ਆਏ। ਇਹ ਦੁਆਵਾਂ ਹੈ ਜਿਹੜੀਆਂ ਉਹਨੇ ਕੀਤੀਆਂ, ਇਸ ਨੂੰ ਸਮਝ ਨਹੀਂ ਸਕਦਾ। ਇਹ ਪ੍ਰਭੂ ਅਨੰਤ ਕਾਲ ਤੋਂ ਤੱਕ ਸਭ ਤੋਂ ਉੱਤਮ ਹੈ, ਤੂੰ ਸਭ ਤੋਂ ਉੱਤਮ ਹੈ। ਔਰ ਪ੍ਰਭੂ ਯਿਸੂ ਮਸੀਹ ਨੇ ਪਤਾ ਕੀ ਕਿਹਾ ਸੀਗਾ? ਉਸਨੇ ਕਿਹਾ ਸੀ, ਮੇਰੇ ਬਾਪ ਨੇ ਜੋ ਮੈਨੂੰ ਦਿੱਤਾ ਉਹ ਸਭ ਤੋਂ ਉੱਤਮ। ਦੇਖਣਾ ਮੰਗਦੇ ਹੋ? ਆਏ ਮੇਰੇ ਨਾਲ ਆ ਜਾਓ ਯਹੂਨਾ ਦੇ ਵਿੱਚ।
ਉਹ ਹਿੱਸੇ ਦੇਖਾਂਗੇ। 6ਵਾਂ ਭਾਵ ਉਸਦੀ 37 ਆਇਤ ਤੋਂ ਲੈ ਕੇ ਨਵਾਂ ਨੇਮ 173 ਪੰਨਾ ਹੈ। ਉਸਦੀ 37 ਆਇਤ ਤੋਂ ਲੈ ਕੇ ਤਾਂ ਅਸੀਂ ਉਸਦੀ 45 ਆਇਤ ਤੱਕ ਦੇਖਾਂਗੇ। 37 ਤੋਂ 45 ਮੈਂ ਪੜ੍ਹਦੇ ਪਾਸਟਰ ਜੀ। ਕੋਈ ਜਣਾ ਇਹ ਕੱਢ ਲਏ ਔਰ ਕੋਈ ਜਣਾ 10ਵਾਂ ਭਾਵ ਇਸੇ ਦਾ ਹੀ ਹਾਂਜੀ ਉਹਨਾਂ ਦਾ ਹੀ 10ਵਾਂ ਭਾਵ ਉਸ 22 ਆਇਤ ਤੋਂ ਲੈ ਕੇ ਉਸਦੀ 30 ਆਇਤ ਤੱਕ ਕੱਢ ਲੈ। ਹਾਂਜੀ ਮੈਂ 37 ਤੋਂ ਪੜ੍ਹਦੀ ਪਾਸਟਰ ਜੀ। ਗੋ ਹੈਡ। ਉਹ ਹਰ ਕੋਈ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ ਉਹ ਮੇਰੇ ਕੋਲ ਆਵੇਗਾ ਅਤੇ ਜੋ ਮੇਰੇ ਕੋਲ ਆਵੇਗਾ ਉਸ ਨੂੰ ਮੈਂ ਕਦੀ ਵਾਪਸ ਨਹੀਂ ਘੱਲਾਂਗਾ, ਕਿਉਂਕਿ ਮੈਂ ਆਪਣੀ ਨਹੀਂ ਸਗੋਂ ਆਪਣੇ ਘੱਲਣ ਵਾਲੇ ਦੀ ਮਰਜ਼ੀ ਪੂਰੀ ਕਰਨ ਲਈ ਆਇਆ ਹਾਂ। ਜਿਸ ਨੇ ਮੈਨੂੰ ਘੱਲਿਆ ਹੈ ਉਸ ਦੀ ਮਰਜ਼ੀ ਇਹ ਹੈ ਕਿ ਮੈਂ ਉਹਨਾਂ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਨਾ ਗਵਾਵਾਂ ਜਿਨ੍ਹਾਂ ਨੂੰ ਉਸ ਨੇ ਮੈਨੂੰ ਦਿੱਤਾ ਹੈ, ਸਗੋਂ ਉਹਨਾਂ ਸਾਰਿਆਂ ਨੂੰ ਅੰਤਮ ਦਿਨ ਮੈਂ ਫਿਰ ਜ਼ਿੰਦਾ ਕਰਾਂ। ਮੇਰੇ ਪਿਤਾ ਦੀ ਮਰਜ਼ੀ ਇਹ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਦੇਖਦਾ ਹੈ ਅਤੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਪਾਵੇ ਅਤੇ ਅੰਤਮ ਦਿਨ ਮੈਂ ਉਸ ਨੂੰ ਫਿਰ ਜ਼ਿੰਦਾ ਕਰਾਂਗਾ। ਯਹੂਦੀ ਯਿਸੂ ਉੱਤੇ ਬੜਬੜਾਉਣ ਲੱਗ ਪਏ ਕਿਉਂਕਿ ਉਹਨਾਂ ਨੇ ਕਿਹਾ ਸੀ ਮੈਂ ਸਵਰਗ ਤੋਂ ਉਤਰੀ ਰੋਟੀ ਹਾਂ। ਉਹ ਆਪੋ ਵਿੱਚ ਕਹਿਣ ਲੱਗੇ ਕਿ ਇਹ ਯੂਸਫ ਦਾ ਪੁੱਤਰ ਯਿਸੂ ਨਹੀਂ ਹੈ, ਕਿ ਅਸੀਂ ਇਸ ਦੇ ਮਾਤਾ ਪਿਤਾ ਨੂੰ ਨਹੀਂ ਜਾਣਦੇ। ਫਿਰ ਹੁਣ ਇਹ ਕਿਸ ਤਰ੍ਹਾਂ ਕਹਿ ਰਿਹਾ ਹੈ ਕਿ ਮੈਂ ਸਵਰਗ ਤੋਂ ਉਤਰਿਆ ਹਾਂ। ਯਿਸੂ ਨੇ ਉਹਨਾਂ ਨੂੰ ਕਿਹਾ ਆਪੋ ਵਿੱਚ ਨਾ ਬੁੜਬੜਾਓ। ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ ਉਸ ਨੂੰ ਮੇਰੇ ਵੱਲ ਆਉਣ ਲਈ ਪ੍ਰੇਰਿਤ ਨਾ ਕਰੇ। ਮੈਂ ਉਸ ਨੂੰ ਅੰਤਮ ਦਿਨ ਜ਼ਿੰਦਾ ਕਰਾਂਗਾ। ਇੱਥੇ ਤੱਕ ਕੀ ਪੜ੍ਹਨਾ ਸੀ ਪਾਸਟਰ ਜੀ? 45 ਆਇਤ ਤੱਕ। ਹਾਂਜੀ 45 ਤੱਕ। ਅੱਛਾ ਜੀ। ਨਵੀਆਂ ਦੀਆਂ ਪੁਸਤਕਾਂ ਵਿੱਚ ਵੀ ਲਿਖਿਆ ਹੈ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਏਗਾ ਉਹ ਸਾਰੇ ਜੋ ਪਿਤਾ ਦੀ ਸੁਣ ਕੇ ਅਤੇ ਉਸ ਕੋਲੋਂ ਸਿੱਖਦੇ ਹਨ ਅਤੇ ਉਹ ਮੇਰੇ ਕੋਲ ਆਉਂਦੇ ਹਨ। ਆਮੀਨ। ਹੁਣ ਇੱਥੇ 3 ਪੜਾਅ ਆ। ਇਸ ਹਿੱਸੇ ਦੇ ਵਿੱਚ ਅਸੀਂ 3 ਪੜਾਅ ਦੇਖਦੇ ਹਾਂ। ਪਹਿਲੀ ਜਿਹੜੀ ਚੀਜ਼ ਆਉਂਦੀ ਆ ਉਹ ਆਉਂਦੀ ਹੈਗੀ ਆ 37 ਆਇਤ ਦੇ ਵਿੱਚ, ਜੋ ਕੋਈ ਉਹ ਹਰ ਕੋਈ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ ਉਹ ਮੇਰੇ ਕੋਲ ਆਏਗਾ। ਅਸੀਂ ਕਦੀ ਵੀ ਕਿਸੇ ਨੂੰ ਪ੍ਰਭੂ ਤੋਂ ਨਹੀਂ ਲੈ ਕੇ ਆਉਂਦੇ, ਅਸੀਂ ਸਿਰਫ ਸ਼ੁਭ ਸਮਾਚਾਰ ਲੈ ਕੇ ਜਾਂਦੇ। ਮੈਂ ਕਿਸੇ ਨੂੰ ਪ੍ਰਭੂ ਦੇ ਕੋਲ ਨਹੀਂ ਲੈ ਕੇ ਆਉਂਦਾ, ਉਹ ਬਾਪ ਦੀ ਜ਼ਿੰਮੇਵਾਰੀ। ਬਾਪ ਇਸ ਧਰਤੀ ਤੇ ਐਕਟਿਵ ਆ ਔਰ ਕੰਮ ਕਰ ਰਿਹਾ। ਪ੍ਰਭੂ ਯਿਸੂ ਦੇ ਕੋਲ ਔਰ ਜਿਨ੍ਹਾਂ ਨੂੰ ਪ੍ਰਭੂ ਯਿਸੂ ਦੇ ਕੋਲ ਬਾਪ ਲੈ ਕੇ ਆ ਰਿਹਾ ਉਹ ਨਹੀਂ ਪਿੱਛੇ ਮੁੜਦੇ। ਉਹਨਾਂ ਨੂੰ ਵੱਢ ਦਿਓ, ਉਹਨਾਂ ਨੂੰ ਕੱਟ ਦਿਓ, ਉਹਨਾਂ ਤੇ ਜਿੰਨੇ ਮਰਜ਼ੀ ਹਮਲੇ ਹੋਣ, ਚਾਹੇ ਸ਼ੈਤਾਨ ਦੇ ਹੋਣ ਤੇ ਚਾਹੇ ਦੁਨੀਆ ਦੇ ਹੋਣ, ਉਹਨਾਂ ਨੂੰ ਬਿਮਾਰੀਆਂ ਆਉਣ, ਬਿਮਾਰੀਆਂ ਜਾਣ, ਘਾਟੇ ਪੈ ਜਾਣ, ਨੁਕਸਾਨ ਹੋ ਜਾਏ, ਉੱਜੜ ਜਾਣ, ਉਹ ਨਹੀਂ ਮੁੜਦੇ। ਪਰ ਜਿਹੜੇ ਲਿਆਏ ਜਾਂਦੇ ਆ, ਜਿਹਨਾਂ ਨੂੰ ਅਸੀਂ ਲੈ ਕੇ ਆਉਂਦੇ, ਉਹ ਨਹੀਂ ਰਹਿੰਦੇ, ਉਹ ਬਹੁਤੀ ਦੇਰ ਨਹੀਂ ਰਹਿੰਦੇ। ਮਿਰਾਕਲ ਉਹਨਾਂ ਨੂੰ ਲੈ ਕੇ ਆਉਂਦਾ ਜਿਸ ਲਈ ਮਿਰਾਕਲ ਨਹੀਂ ਹੁੰਦਾ, ਉਹ ਚਲੇ ਜਾਂਦੇ। And that is the problem. ਔਰ ਕੀ ਮਿਰਾਕਲ ਹੁੰਦੇ ਨਹੀਂ? ਐਬਸੋਲੂਟਲੀ ਹੁੰਦੇ, ਐਬਸੋਲੂਟਲੀ ਮਿਰਾਕਲ ਹੁੰਦੇ। ਪ੍ਰਭੂ ਵੱਡੇ ਵੱਡੇ ਮਿਰਾਕਲ ਕਰਦਾ ਆਪਣੇ ਲੋਕਾਂ ਦੇ। ਕਿ ਸਾਨੂੰ ਸਿਹਤ ਨਹੀਂ ਦਿੰਦਾ? ਐਬਸੋਲੂਟਲੀ ਦਿੰਦਾ। ਮੈਂ ਪ੍ਰਭੂ ਤੋਂ ਮੰਗਿਆ, ਉਸਨੇ ਮੈਨੂੰ ਦਿੱਤੀ। ਮੈਂ ਕੁਰਸੀ ਤੇ ਇੰਨੀ ਦੇਰ ਬੈਠ ਨਹੀਂ ਸਕਦਾ ਸੀ, ਮੈਨੂੰ ਥੱਲੇ ਗੱਦੀ ਰੱਖਣੀ ਪੈਂਦੀ ਸੀ। ਮੈਂ ਬਹੁਤੀ ਦੇਰ ਖੜਾ ਨਹੀਂ ਸੀ ਹੋ ਸਕਦਾ, ਪਰ ਪ੍ਰਭੂ ਨੇ ਐਸਾ ਇਲਾਜ ਦਿੱਤਾ ਕਿ it's taking time, yeah, it's taking time। ਲੇਕਿਨ ਮੈਂ ਆਪਣੇ ਰੋਜ਼ਮਰੇ ਦੇ ਹੁਣ ਕੰਮ ਕਰ ਸਕਦਾ, ਛੋਟੇ ਛੋਟੇ ਕੰਮ ਕਰ ਸਕਦਾ। And I'm thankful. It's my God.
प्रभु यीशु ये मेरा करना मेरे लिए। पर की जिसले मेरी बैग दुखन लग पई तो मैं प्रभु नो क्या कि तू नहीं कुछ करता पे। नो, never did. Never did. That is no. That's a red line. क्योंकि उस तो उत्तम और कोई नहीं। वो उसने अखां तो छिलके लाते, उस तो उत्तम और कोई, उस तो प्यारा और कोई है नहीं, उस जितना प्यार कोई नहीं करता, और वो भी एक पापी, और वो भी मेरे वर्गे। गंद दे बच्चे प्रभु ने मैंने कटे, और किथे बिठाता, की हाथ दे विच दे यीशु, और कोई नहीं कर सकता। सो वो मेरे को आवेगा। दूसरी चीज, और उसमें मैं कभी वापस नहीं करूंगा। उस तो बाद असी अगला पड़ाव देखते हैं कि और उसने क्या कि उन्हां विचों मैं किसे नूं नहीं गवावांगा, और यहूदी बड़बड़ाउण लग पए। 44वीं आयत दे विच सैकंड दूसरा पड़ाव हुंदा, कोई मेरे कोल नहीं आ सकदा ਜਦੋਂ तक के पिता उसनू मेरे पिता जिसने मैनू कलिया है मेरे वाल आउण दे लई प्रेरित ना करे। प्रेरित ना करे। किदां दा साडा शुभ समाचार देखो, साडा शुभ समाचार ये नहीं कि वो घोड़े ते चढ़िया, चिट्टे घोड़े ते चढ़िया, उसने रोमन मार दिते, उसने सारे जड़े देश सी रोम दे थले आजाद कर दिते, और वो साडा प्रभु दुनियावी तरीके से नाल ते उन्होंने तलवारां चुकियां, तीर चुके, तीर कमान चलाए, युद्ध कीते, रावण नूं मारिया, कौरवां नूं मारिया, मुसलमानां नूं मारिया, पर साडा जिहड़ा प्रभु उसने मारिया नहीं, उसने सलीब दे उत्ते नाल मर रहे नूं कहा कि तू अज ही मेरे नाल फिरदौस दे विच यानी कि पैराडाइज स्वर्ग दे विच होएगा। उसने जिंदगी दी और अपनी जान दी। ये सिर्फ प्रभु प्रेरित बंदे नूं जिसले करदा उसनूं सलीब दी समझ आउंदी, नहीं तो नहीं आउंदी। अगर तुहानूं सलीब दी समझ नहीं आ रही तो प्रभु दे अगे दुआ करो, और वो दिखाएगा। He is good। तीसरा पड़ा, नबियां दी पुस्तकां दे विच भी लिखिया है परमेश्वर उन्हां सारियां नूं सिखाएगा, और जो पिता दी सुन के उस कोलों सिखदे हन वो मेरे कोल आउंदे। पिता लैके आएगा, पिता प्रेरित करेगा, और पिता सिखाएगा, और मेरे को आउंदे। दूसरा जी 10वां पाठ आओ सुन के मैं पढ़ दूंगी बस भी। गो अहेड मेरी भैन। प्रभु यसू दा यहूदियों द्वारा रद्दे जाना। सादी दी रुत सी, यरूशलेम विच पुनर अर्पित कीते जाण दा त्योहार मनाया जा रहा सी।
ਯਿਸੂ ਮੰਦਰ ਵਿੱਚ ਸੁਲੇਮਾਨ ਦੀ ਡਿਓੜੀ ਵਿੱਚ ਟਹਿਲ ਰਹੇ ਸਨ। ਉਹਨਾਂ ਦੇ ਚਾਰੇ ਪਾਸੇ ਯਹੂਦੀ ਇਕੱਠੇ ਹੋ ਗਏ। ਉਹ ਯਿਸੂ ਤੋਂ ਪੁੱਛਣ ਲੱਗੇ, ਤੁਸੀਂ ਕਦੋਂ ਤੱਕ ਸਾਨੂੰ ਦੁਬਦਾ ਵਿੱਚ ਪਾਈ ਰੱਖੋਗੇ? ਜੇਕਰ ਤੁਸੀਂ ਮਸੀਹ ਹੋ ਤਾਂ ਸਾਨੂੰ ਸਾਫ਼-ਸਾਫ਼ ਦੱਸੋ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ, ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਹੋ। ਉਹ ਕੰਮ ਜਿਹੜੇ ਮੈਂ ਆਪਣੇ ਪਿਤਾ ਦੇ ਨਾਂ ਉੱਤੇ ਕਰਦਾ ਹਾਂ ਮੇਰੀ ਗਵਾਹੀ ਦਿੰਦੇ ਹਨ, ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ। ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਪਿੱਛੇ ਚੱਲਦੀਆਂ ਹਨ। ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ। ਉਹ ਕਦੀ ਨਾਸ਼ ਨਹੀਂ ਹੋਣਗੀਆਂ। ਉਹਨਾਂ ਨੂੰ ਮੇਰੇ ਹੱਥੋਂ ਕਦੀ ਕੋਈ ਖੋਹ ਨਹੀਂ ਸਕਦਾ। ਉਹ ਜੋ ਕੁਝ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ ਸਭ ਤੋਂ ਉੱਤਮ ਹੈ ਅਤੇ ਕੋਈ ਵੀ ਉਸ ਨੂੰ ਮੇਰੇ ਪਿਤਾ ਕੋਲੋਂ ਖੋਹ ਨਹੀਂ ਸਕਦਾ। ਮੈਂ ਅਤੇ ਪਿਤਾ ਇੱਕ ਹਾਂ। ਆਮੀਨ। ਮੈਂ ਅਤੇ ਪਿਤਾ ਇੱਕ ਹਾਂ। ਹੁਣ ਇਸ ਤੋਂ ਵੱਡੀ ਚੀਜ਼ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕੀ ਦੱਸਣ? 6ਵੇਂ ਚੈਪਟਰ ਤੋਂ ਸ਼ੁਰੂ ਹੋਇਓ ਔਰ ਇੱਥੇ ਤੱਕ ਪਹੁੰਚ ਗਏ। ਕੰਟੀਨਿਊਸਲੀ ਇਹ ਚੱਲਦਾ ਪਿਆ। ਰੋਜ਼ ਉਹਨਾਂ ਨੂੰ ਪੁੱਛਦੇ ਆ, ਰੋਜ਼ ਉਹਨਾਂ ਨੂੰ ਪੁੱਛਦੇ। ਇਸ ਤੋਂ ਜ਼ਿਆਦਾ ਕੀ ਦੱਸਣ? ਸੋ ਪ੍ਰਭੂ ਯਿਸੂ ਮਸੀਹ ਨੇ ਉਸ ਵਿਚਾਰ ਨੂੰ ਇੱਥੇ ਲਿਆ ਕੇ ਖਤਮ ਕੀਤਾ। ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੇਰੀਆਂ ਭੇਡਾਂ ਨੂੰ ਮੇਰੇ ਕੋਲੋਂ ਕੋਈ ਖੋ ਨਹੀਂ ਸਕਦਾ, ਔਰ ਜੋ ਕੁਛ ਮੇਰਾ ਪਿਤਾ ਮੈਨੂੰ ਦਿੰਦਾ ਹੈ ਉਹ ਸਭ ਤੋਂ ਉੱਤਮ। ਹੁਣ ਦਾਊਦ ਦੇ ਉਸ ਦੀ ਦੁਆ ਨੂੰ ਦੇਖੋ, ਜਿਹਦੇ ਵਿੱਚ ਉਸਨੇ ਕਿਹਾ, हे ਪ੍ਰਭੂ ਤੇਰੇ ਤੋਂ ਉੱਤਮ ਕੋਈ ਨਹੀਂ। ਔਰ ਜਿਸ ਵੇਲੇ ਅਸੀਂ ਇਹ ਦੇਖਦੇ ਹਾਂ ਕਿ 92 ਜ਼ਬੂਰ ਦੇ ਵਿੱਚ ਅਸੀਂ ਵਾਪਸ ਆ ਗਏ ਕਿ ਮੂਰਖ ਮਨੁੱਖ 6ਵੀਂ ਆਇਤ, ਜੰਗਲੀ ਸੁਭਾਅ ਵਾਲਾ ਆਦਮੀ ਕਦੀ ਨਹੀਂ ਜਾਣ ਸਕਦਾ ਤੇ ਮੂਰਖ ਮਨੁੱਖ ਕਦੀ ਨਹੀਂ ਸਮਝ ਸਕਦਾ। ਬੇਸ਼ੱਕ ਦੁਸ਼ਟ ਘਾਹ ਦੀ ਤਰ੍ਹਾਂ ਪੁੰਗਰਦੇ ਤੇ ਬੁਰੇ ਕੰਮ ਕਰਨ ਵਾਲੇ ਵੱਧਦੇ ਹਨ, ਪਰ ਉਹ ਹਮੇਸ਼ਾ ਦੇ ਲਈ ਨਾਸ਼ ਹੋ ਜਾਣਗੇ। ਹੇ ਪ੍ਰਭੂ ਤੂੰ ਅਨੰਤ ਕਾਲ ਤੋਂ ਤੱਕ ਸਭ ਤੋਂ ਉੱਤਮ ਹੈ। ਅਨੰਤ ਹੁੰਦਾ ਜਿਸ ਦਾ ਕੋਈ ਅੰਤ ਨਾ ਹੋਵੇ। ਸੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੂੰ ਸਭ ਤੋਂ ਉੱਤਮ। ਔਰ ਯਿਸੂ ਨੇ ਸਾਨੂੰ ਕਿਹੜੀ ਜਗ੍ਹਾ ਦਿੱਤੀ? ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਪ੍ਰਭੂ ਦੇ ਬਰਾਬਰ ਜਗ੍ਹਾ ਦਿੱਤੀ ਹੈ। ਇਸ ਦਾ ਮਤਲਬ ਇਹ ਆ ਕਿ ਪ੍ਰਭੂ ਨੇ ਉੱਤਮ ਆਪਣੇ ਲਈ ਚੁਣ ਕੇ ਰੱਖਿਆ ਸੀ, ਆਪਣੇ ਪੁੱਤਰ ਦੇ ਲਈ। ਔਰ ਉਹ ਤੁਸੀਂ, ਉਹ ਅਸੀਂ, ਉਹ ਲੋਕ ਆ ਜਿਹੜੇ ਅਟਕ ਨਹੀਂ ਗਏ ਔਰ ਜਿਹੜੇ ਦਿਨ ਬ ਦਿਨ ਵੱਧਦੇ। ਔਰ ਜਿੱਦਾਂ ਗੰਢੇ ਦੀਆਂ ਛਿੱਲਾਂ ਲਹਿੰਦੀਆਂ ਹੁੰਦੀਆਂ ਕਿ ਅੰਦਰੋਂ ਪਵਿੱਤਰ ਆਤਮਾ ਨਵਾਂਪਨ ਪੈਦਾ ਕਰਦਾ ਪਿਆ ਔਰ ਬਾਹਰੋਂ ਛਿੱਲਾਂ ਲਈ ਜਾਂਦੀਆਂ, ਔਰ ਅੰਦਰੋਂ ਫਿਰ ਉਹ ਨਵਾਂਪਨ ਪੈਦਾ ਕਰਦਾ, ਬਾਹਰੋਂ ਇੱਕ ਛਿੱਲ ਹੋਰ ਲੈ ਜਾਂਦੀ। ਉਹ ਇਸ ਤਰ੍ਹਾਂ ਪ੍ਰਭੂ ਦੇ ਵਿੱਚ ਵੱਧਦੇ, ਅੰਦਰੋਂ ਪਵਿੱਤਰ ਆਤਮਾ ਦੀ ਮਦਦ ਦੇ ਨਾਲ ਉਹਨਾਂ ਨੂੰ ਖੁਰਾਕ ਮਿਲਦੀ ਹੈ, ਨਵਾਂਪਨ, ਯਿਸੂ ਦਾ ਇੱਕ ਹਿੱਸਾ ਮਿਲਦਾ, ਔਰ ਬਾਹਰ ਜਿਹੜਾ ਉਹਨਾਂ ਦੀ ਆਪਣੀ ਮਨੁੱਖਤਾ ਦਾ ਹਿੱਸਾ ਹੁੰਦਾ, ਪ੍ਰਭੂ ਦੇ ਲਈ ਰੋਸ਼ਨੀ ਬਣਦੀ ਜਾਂਦੀ। ਔਰ ਫਿਰ ਉਸਨੂੰ ਟੋਕਰੇ ਥੱਲੇ ਨਹੀਂ ਉਹ ਰੱਖਦੇ, ਉਸਨੂੰ ਪ੍ਰਭੂ ਦੇ ਲਈ ਚਮਕਣ ਦਿੰਦੇ। ਉਸਦੀ ਕੀਮਤ ਆ। ਮੋਮਬੱਤੀ ਜਦ ਜਗਦੀ ਆ ਤੇ ਉਸਨੂੰ ਜਲਣਾ ਪੈਂਦਾ, ਉਸਨੂੰ ਜਲਣਾ ਪੈਂਦਾ। ਇਸ ਚੀਜ਼ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਪ੍ਰਭੂ ਦੇ ਲਈ ਔਰ ਪ੍ਰਭੂ ਦੇ ਕੰਮਾਂ ਦੇ ਲਈ ਔਰ ਪ੍ਰਭੂ ਦੇ ਸ਼ਬਦ ਦੇ ਲਈ ਜਿਹੜੇ ਆਏ ਉਹ ਦੁੱਖ ਨਹੀਂ ਹੁੰਦੇ।
ਉਹ ਰੋਸ਼ਨੀ ਔਰ ਉਸਨੂੰ ਕਦੀ ਅਵੋਇਡ ਨਾ ਕਰੋ, ਕਦੀ ਉਸ ਤੋਂ ਬਚਣ ਦੀ ਕੋਸ਼ਿਸ਼ ਨਾ ਕਰੋ। ਸਟੈਂਡ ਲਓ, ਸਟੈਂਡ ਲਓ, ਉਸਦੀ ਬਰਕਤ ਬਹੁਤ ਹੈ। ਜੇ ਦਾਊਦ ਜੰਗ ਹਾਰ ਜਾਂਦਾ ਤੇ ਅਬਸ਼ਲੋਮ ਨੇ ਤਾਂ ਨਹੀਂ ਦਾਊਦ ਵਾਂਗੂ ਕਰਨਾ ਸੀ, ਉਸਨੇ ਤਾਂ ਬਰਜਲੀ ਦਾ ਜਿਹੜਾ ਖਾਨਦਾਨ ਸੀ ਉਸਨੂੰ ਤਬਾਹ ਕਰਕੇ ਰੱਖ ਦੇਣਾ ਸੀ, ਉਸਦਾ ਨਾਮ ਨਿਸ਼ਾਨ ਮਿਟਾ ਕੇ ਰੱਖ ਦੇਣਾ ਸੀ। ਲੇਕਿਨ ਉਸਨੂੰ ਇਹ ਪਤਾ ਸੀ ਕਿ ਪ੍ਰਭੂ ਨੇ ਇਸ ਨੂੰ ਚੁਣਿਆ ਹੈ, ਪ੍ਰਭੂ ਨੂੰ ਇਸ ਨੂੰ ਥੱਲੇ ਨਹੀਂ ਲੱਗਣ ਦੇਗਾ। ਔਰ ਉਸਨੇ ਦਾਊਦ ਦਾ ਸਾਥ ਦਿੱਤਾ, ਪ੍ਰਭੂ ਨੇ ਉਸਨੂੰ ਇਸ ਦੀ ਬਰਕਤ ਦਿੱਤੀ। ਸਾਡਾ ਸਮਾਂ ਹੋ ਗਿਆ, ਕੱਲ ਨੂੰ ਆਪਾਂ ਇੱਥੋਂ ਚੱਲਾਂਗੇ ਮੁੜ ਕੇ ਜ਼ਬੂਰ 92 ਔਰ 100 ਦੇਖਾਂਗੇ, ਔਰ ਫਿਰ ਆਪਾਂ 20ਵੇਂ ਚੈਪਟਰ ਦੇ ਵਿੱਚ ਜਾਵਾਂਗੇ। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ ਦੇ, ਤੇਰੇ ਪਿਆਰ ਦੇ ਲਈ। ਸੱਚਮੁੱਚ ਖੁਦਾਵੰਦ, ਇਸ ਵੇਲੇ ਜੋ ਦਾਊਦ ਦੇ ਮੂੰਹ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲਦੀਆਂ ਪਈਆਂ ਖੁਦਾਵੰਦ, ਇਹ ਲਿਖਤਾਂ ਜੋ ਸਾਡੇ ਸਾਹਮਣੇ ਪਈਆਂ, ਸੱਚਮੁੱਚ ਬਰਕਤ ਹੋ। ਇੱਕ ਐਸਾ ਇਨਸਾਨ ਪ੍ਰਭੂ ਜੀ ਜੋ ਜਿੱਤ ਦੀ ਖੁਸ਼ੀ ਨਹੀਂ ਮਨਾ ਸਕਦਾ, ਪੁੱਤਰ ਦੇ ਲਈ ਰੋ ਨਹੀਂ ਸਕਦਾ, ਦੁੱਧ ਚੁਕਾਏ ਬੱਚੇ ਦੀ ਤਰ੍ਹਾਂ ਤੇਰੀ ਹਜ਼ੂਰੀ ਦੇ ਵਿੱਚ ਬੈਠਾ, ਜਿਸ ਦੀਆਂ ਅੱਖਾਂ ਤੇਰੇ ਵੱਲ ਨੂੰ ਲੱਗੀਆਂ। ਪਿਆਰੇ ਪ੍ਰਭੂ, ਇਸ ਸੋਮੇ ਤਾਂ ਸਵਰਗ ਦੇ ਵਿੱਚੋਂ ਹੀ ਬਹਿ ਸਕਦੇ ਜੋ ਅਸੀਂ ਪੜ੍ਹਦੇ ਪਏ। ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ। ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਅਸੀਂ ਸਭ ਕੁਝ ਮੰਗਦੇ ਹਾਂ, ਔਰ ਸਾਰੇ ਭੈਣ ਭਰਾ ਦੇ ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਸਭ ਦੇ ਨਾਲ ਬਣਿਆ ਰਹੇ। ਔਰ ਆਪਾਂ ਹੁਣ ਮੰਡੇ ਤੋਂ ਇਹ ਬਾਈਬਲ ਸਟੱਡੀ ਅੱਗੇ ਲੈ ਕੇ ਜਾਵਾਂਗੇ। ਆਪਾਂ ਐਕਚੁਅਲੀ ਯੂ ਨੋ ਵਾਟ, ਆਪਾਂ ਕੱਲ ਨੂੰ ਵੀ ਕਰ ਸਕਦੇ ਜੇ ਤੁਸੀਂ ਰੈਡੀ ਹੋ। ਇਜ਼ ਇਟ ਓਕੇ? ਹਾਂਜੀ ਬਸ ਠੀਕ ਆ, ਓਕੇ ਕਰ ਲਾਂਗੇ। ਹਾਂਜੀ ਓਕੇ, ਕੱਲ ਨੂੰ ਫਿਰ ਆਪਾਂ ਕੱਲ ਨੂੰ ਮਿਲਾਂਗੇ, ਕਿਉਂਕਿ ਆਪਾਂ 2 ਦਿਨ ਮਿਸ ਕੀਤੇ, ਚਲੋ 1 ਦਿਨ ਤੱਕ ਕੱਢੀਏ ਹੋਰ। ਕੱਲ ਨੂੰ ਆਪਾਂ ਦੁਬਾਰਾ ਮਿਲਾਂਗੇ ਔਰ ਕੱਲ ਨੂੰ ਆਪਾਂ ਇਸ ਬਾਈਬਲ ਸਟੱਡੀ ਨੂੰ ਅੱਗੇ ਲੈ ਕੇ ਜਾਵਾਂਗੇ। ਬਲੈਸ ਯੂ।